ਵਾਹਿਗੁਰੂ ਜੀ ਮੰਨੈ ਪਾਵਹਿ ਮੋਖ ਦੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤ ਵਿਮਾਣੀ ਸ੍ਰੀ ਜਪਜੀ ਸਾਹਿਬ ਦੀ ਪਿੱਛੇ 14 ਪੌੜੀਆਂ ਸਤਿਗੁਰਾਂ ਨੇ ਕਿਰਪਾ ਕਰਕੇ ਅਰਥਾਂ ਸਹਿਤ ਕਰਵਾ ਲਈਆਂ। 15ਵੀਂ ਪੌੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੀਸਰੇ ਅੰਗ ਤੇ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ ਮੰਨੈ ਪਾਵਹਿ ਮੋਖ ਦੁਆਰ। ਸਿੱਧਾਂ ਦੇ ਜੋ ਪ੍ਰਸ਼ਨ ਸਨ ਉਹਦੇ ਅਨੁਸਾਰ 4 ਪੌੜੀਆਂ ਸੁਣਨ ਦੀਆਂ ਤੇ ਫਿਰ 4 ਪੌੜੀਆਂ ਮੰਨਣ ਦੀਆਂ। ਜਿਹੜੇ ਗਿਆਨ ਦੇ 4 ਸਾਧਨ ਸਰਵਣ ਮੰਨਣ ਨਿਧਿਆਸਨ ਤੇ ਤਤ ਤੁਮ ਪਦ ਸੰਸ਼ੋਧਨ, ਉਹਨਾਂ ਦੇ ਵਿੱਚ ਹੁਣ ਮੰਨੇ ਦੀ ਗੱਲ ਇਸ ਪੌੜੀ ਤੋਂ ਬਾਅਦ ਸਮਾਪਤ ਕਰਨਗੇ। ਮਾਰੇ ਕਹਿੰਦੇ ਸਿੱਧੋ ਮੰਨੈ ਪਾਵਹਿ ਮੋਖ ਦੁਆਰ। ਜਿਨ੍ਹਾਂ ਨੇ ਨਾਮ ਦਾ ਮੰਨਣ ਕੀਤਾ ਹੈ ਜਾਂ ਕਰਦੇ ਹਨ ਤੇ ਉਹ ਹਮੇਸ਼ਾ ਹੀ ਸਿਮਰਨ ਭਜਨ ਕਰਨ ਵਾਲੇ ਸ਼ਾਂਤ ਆਤਮਾ ਜਗਿਆਸੂ ਜਨ। ਮੋਖ ਨਾਮ ਮੁਕਤੀ ਦਾ ਹੈ। ਮੁਕਤੀ ਦਾ ਦੁਆਰਾ ਨਾਮ ਦਰਵਾਜ਼ੇ ਦਾ ਹੁੰਦਾ ਹੈ। ਉਹ ਹੈ ਬ੍ਰਹਮ ਗਿਆਨ। ਉਹ ਪਾਵਹਿ ਪਾ ਲੈਂਦੇ ਨੇ। ਸਰਵਣ ਗਿਆਨ ਮੰਨਣ ਗਿਆਨ ਇਹਦਾ ਫਲ ਸਰੂਪ ਫਿਰ ਉਹ ਗਿਆਨ ਪਾ ਲੈਂਦੇ। ਜਿਉਂ ਕਹੋ ਵੀ ਉਹ ਦੁਆਰ ਸੰਸਾਰ ਨੂੰ ਕਹਿੰਦੇ ਨੇ। ਸੰਸਾਰ ਰੂਪੀ ਦੁਆਰੇ ਦੇ ਅੰਦਰ ਮੋਖ ਜੀਵਨ ਮੁਕਤੀ ਨੂੰ ਪਾ ਲੈਂਦੇ। ਜਾਂ ਫਿਰ ਆਪਣੇ ਘਰ ਦੇ ਦੁਆਰ ਬੈਠਿਆਂ ਹੀ, ਘਰ ਵਿੱਚ ਬੈਠਿਆਂ ਹੋਏ ਹੀ ਮੋਖ ਮੁਕਤੀ ਨੂੰ ਪਾ ਲੈਂਦੇ, ਕਿਉਂਕਿ ਉਹਨਾਂ ਨੇ ਮੰਨਣ ਸਾਧਨ ਕਰ ਲਿਆ। ਜੈਸਾ ਸਤਿਗੁਰਾਂ ਦਾ ਕਥਨ ਹੈ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੈ ਉਪਦੇਸ਼। ਜੋਗ ਨਾ ਭਗਵੇਂ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰੂ ਕੈ ਉਪਦੇਸ਼। ਇਹ ਮੰਨਣ ਕਰਨ ਵਾਲਿਆਂ ਦੀ ਬਾਬਤ ਕਹਿ ਰਹੇ ਹਨ। ਜਾਂ ਫਿਰ ਉਸ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਮੰਨਣ ਕੀਤਾ ਹੈ, ਉਹ ਤਤ ਵੇ ਤੇ ਸਾਡੇ ਸਰੀਰ ਦੀਆਂ 9 ਗੋਲਕਾਂ ਨੂੰ 9 ਦਰਵਾਜ਼ੇ ਨੇ ਪ੍ਰਗਟ। ਚਲੋ 10ਵਾਂ ਗੁਪਤ ਹੈ। ਉਹ 9 ਗੋਲਕਾਂ ਵਾਲੇ 9 ਦੁਆਰਿਆਂ ਵਾਲੇ ਸਰੀਰ ਦੇ ਵਿੱਚੋਂ ਮੋਖ ਮੁਕਤੀ ਪਾ ਲੈਂਦੇ ਆ। ਭਾਵ ਉਹਨਾਂ ਨੂੰ ਮੁੜ ਕੇ ਜੰਮਣਾ ਮਰਨਾ ਨਹੀਂ ਪੈਂਦਾ। ਜੋ ਵਾਹਿਗੁਰੂ ਦਾ ਨਾਮ ਮੰਨਣ ਕਰਦੇ ਨੇ ਉਹ ਗੁਰਮੁਖ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਕੀ ਹੈ? ਬ੍ਰਹਮ ਗਿਆਨ ਹੈ। ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਮੁਕਤੀ ਜਿਹੜੀ ਹੈ 4 ਪ੍ਰਕਾਰ ਦੀ ਹੈ। ਉਹਦੇ ਵਿੱਚ ਸ਼ਲੋਕ, ਸਰੂਪ, ਸਮੀਪ, ਸਵਜ। ਸ਼ਲੋਕ ਮੁਕਤੀ ਹੁੰਦੀ ਹੈ ਆਪਣੇ ਇਸ਼ਟ ਦੇ ਲੋਕ ਵਿੱਚ ਨਿਵਾਸ ਕਰਨਾ। ਸਮੀਪ ਮੁਕਤੀ ਹੁੰਦੀ ਹੈ ਇਸ਼ਟ ਦੇ ਨਿਕਟਵਰਤੀ ਹੋ ਕੇ ਰਹਿਣਾ। ਸਰੂਪ ਮੁਕਤੀ ਹੈ ਇਸ਼ਟ ਦੇ ਵਰਗਾ ਹੀ ਸਰੂਪ ਹੋ ਜਾਣਾ। ਸਵਜ ਮੁਕਤੀ ਹੈ ਇਸ਼ਟ ਦੇ ਨਾਲ ਅਭੇਦ ਹੀ ਹੋ ਜਾਣਾ। ਇਹ ਵਾਹਿਗੁਰੂ ਦੇ ਨਾਮ ਦੇ ਮੰਨਣ ਦੀਆਂ ਬਰਕਤਾਂ ਸਾਰੀਆਂ ਕਿ 4 ਪ੍ਰਕਾਰ ਦੀਆਂ ਮੁਕਤੀਆਂ। ਜਾਂ ਇਹਨਾਂ ਤੋਂ ਵੱਡੀ ਮੁਕਤੀ ਜਿਹੜੀ ਹੈ ਕੇਵਲ ਮੋਕਸ਼ ਹੈ, ਉਹ ਪ੍ਰਾਪਤ ਹੋ ਜਾਂਦੀ ਹੈ। ਮੁਕਤੀ ਦੇ 4 ਦਰਵਾਜ਼ੇ ਮੰਨੇ ਨੇ। ਮੁਕਤ ਦੁਆਰ ਪਾਲਕ ਚਤੁਰ ਸਮਸੰਤੋਖ ਵਿਚਾਰ, ਚੌਥੇ ਸਤ ਸੰਗਤ ਮਹਾਪੂਜ ਨਿਰਤਾਰ। ਇਹ ਮੁਕਤੀ ਦੇ ਦਰਵਾਜ਼ੇ ਨੇ। ਤੇ ਮੁਕਤੀ ਰੂਪ ਮੰਦਰ ਨੂੰ ਦਰਵਾਜ਼ੇ ਜਿਹੜੇ ਲੱਗੇ ਨੇ, ਦਰਵਾਜ਼ੇ ਦੀ ਬੜੀ ਮਹੱਤਤਾ ਹੁੰਦੀ ਹੈ। ਮਕਾਨ ਕਿੰਨੇ ਹੀ ਸੁੰਦਰ ਹੋਵੇ ਤੇ ਪ੍ਰਵੇਸ਼ ਤਾਂ ਦਰਵਾਜ਼ੇ ਦੁਆਰੇ ਕੀਤਾ ਜਾਂਦਾ। ਤੋ ਇਸ ਕਰਕੇ
ਮੁਕਤੀ ਦੇ ਜਿਹੜੇ 4 ਦਰਵਾਜ਼ੇ ਹੈ, ਸਮਬਿਰਤੀ ਰੱਖਣੀ, ਰਾਗ ਦਵੇਸ਼ ਤੋਂ ਉੱਪਰ, ਨਾ ਕਿਤੇ ਨਾਲ ਬਹੁਤੀ ਮਿੱਤਰਤਾ ਤੇ ਨਾ ਬਹੁਤਾ ਕਿਸੇ ਨਾਲ ਬੈਰ, ਸੰਤੋਖ ਜੋ ਵਾਹਿਗੁਰੂ ਨੇ ਸਾਡੀ ਪ੍ਰਾਰਬਧ ਦੇ ਵਿੱਚ ਦਿੱਤਾ ਹੈ, ਜਥਾ ਲਾਭ ਤਥਾ ਸੰਤੁਸ਼ਟ, ਜੋ ਮਿਲ ਗਿਆ ਉਹਦੇ ਤੇ ਹੀ ਰਜੇ ਰਹਿਣ। ਕਿਉਂਕਿ ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ, ਸੰਤੋਖ ਤੋਂ ਬਿਨਾਂ ਤਾਂ ਰੱਜਦਾ ਨਹੀਂ ਕੋਈ। ਤੇ ਤੀਸਰਾ ਸਤਸੰਗਤ, ਜੋ ਆਪ ਜੀ ਕਰ ਰਹੇ ਹੋ ਇਸ ਵੇਲੇ, ਸਤਸੰਗਤ ਇਹ ਮੁਕਤੀ ਦਾ ਦਰਵਾਜ਼ਾ ਹੈ, ਇਹਦੇ ਥੀ ਲੰਘ ਕੇ ਹੀ ਮੁਕਤ ਹੋਈਦਾ। ਤੇ ਇਸ ਕਰਕੇ ਮੁਕਤ ਦੁਆਰ ਪਾਲਕ ਚਤੁਰ ਸਮ ਸੰਤੋਖ ਵਿਚਾਰ, ਵਿਚਾਰ ਬ੍ਰਹਮ ਦੀ ਵਿਚਾਰ ਜਿਹੜੀ ਹੈ ਜਿਵੇਂ ਹੁਣ ਹੋ ਰਹੀ, ਇਹ ਬੜੇ ਬੜੇ ਸਤਪੁਰਸ਼ਾਂ ਨੇ ਇਹੀ ਸਾਧਨ ਦੱਸਿਆ ਹੋਇਆ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਕਿ ਭਾਈ ਜਿਹੜੇ ਨਾਮ ਦੇ ਮੰਨਣ ਵਾਲੇ ਨੇ, ਤੋ ਉਹ ਇਸ ਪ੍ਰਕਾਰ ਫਿਰ ਜਿਹੜੇ 4 ਦਰਵਾਜ਼ੇ ਨੇ ਇਹਨਾਂ ਦੁਆਰਾ ਮੁਕਤੀ ਨੂੰ ਪਾ ਲੈਂਦੇ ਹਨ। ਮੰਨੈ ਪਰਵਾਰੈ ਸਾਧਾਰ, ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਨੇ ਗੁਰਮੁਖ ਜਨ, ਆਪਣਾ ਤਾਂ ਉਹਨਾਂ ਨੇ ਉਧਾਰ ਕਰਨਾ ਹੀ ਆ, ਉਹਨਾਂ ਦਾ ਤਾਂ ਹੋਣਾ ਹੀ ਆ ਉਧਾਰ, ਉਹਦੀ ਨਹੀਂ ਕੋਈ ਗੱਲ, ਪਰ ਉਹ ਆਪਣੇ ਪਰਿਵਾਰ ਦਾ ਸੁਧਾਰ ਵੀ ਕਰ ਲੈਂਦੇ ਨੇ। ਸੁਧਾਰ ਸੋਧ ਦਾ ਅਰਥ ਹੈ ਕਿਸੇ ਪ੍ਰਕਾਰ ਦੀ ਕਿਸੇ ਚੀਜ਼ ਦੇ ਵਿੱਚ ਮਿਲਾਵਟ ਹੋਵੇ ਨਾ, ਉਹ ਮਿਲਾਵਟ ਨੂੰ ਦੂਰ ਕਰ ਦੇਣਾ ਤੇ ਸੁੱਧ ਚੀਜ਼ ਰਹਿ ਜਾਣੀ, ਉਹਦਾ ਕਹਿੰਦੇ ਸੁਧਾਰ ਹੋ ਗਿਆ। ਤੇ ਇਸ ਤਰ੍ਹਾਂ ਜਿਹੜੇ ਨਾਮ ਨਹੀਂ ਜਪਦੇ ਜਾਂ ਦੁਰਾਚਾਰੀ ਨੇ, ਕਾਮੀ ਕ੍ਰੋਧੀ ਨੇ, ਉਹਨਾਂ ਦੇ ਚੋਂ ਮੈਲ ਕੱਢ ਦੇਣੀ, ਬਾਕੀ ਵੀ ਸੁਧਾਰ ਹੋ ਗਿਆ, ਸਿੱਧੇ ਰਸਤੇ ਤੇ ਆ ਜਾਣਾ, ਸਹਿਤ ਆਸਰੇ ਦੇ ਹੋ ਜਾਣਾ, ਵਾਹਿਗੁਰੂ ਦਾ ਆਸਰਾ, ਇਹਨੂੰ ਸੁਧਾਰ ਕਹਿੰਦੇ ਨੇ। ਪਰਿਵਾਰ ਦਾ ਅਰਥ ਕੀ ਹੈ? ਆਮ ਕਰਕੇ ਵਰਤੋਂ ਚ ਆਉਂਦਾ ਹੈ ਸ਼ਬਦ, ਉਹ ਫਲਾਣੇ ਦਾ ਪਰਿਵਾਰ ਹੈ, ਇਹ ਮੇਰਾ ਪਰਿਵਾਰ ਹੈ। ਨਿੱਕਾ ਜਿਹਾ ਸਵਾਲ ਹੈ, ਜੇ ਕਿਸੇ ਨੂੰ ਪੁੱਛ ਲਈਏ ਕਿ ਪਰਿਵਾਰ ਦਾ ਅਰਥ ਕਰ ਕੀ ਹੁੰਦਾ, ਕਹੂਗਾ ਪਰਿਵਾਰ ਦਾ ਅਰਥ ਕੀ ਹੈ? ਬੱਚੇ, ਘਰ ਵਾਲੀ, ਮੈਂ, ਇਹ ਮੇਰਾ ਪਰਿਵਾਰ ਹੈ। ਪਰ ਅਰਥ ਥੋੜੀ ਬਣਿਆ ਹੈ ਪਰਿਵਾਰ ਦਾ, ਇਹ ਅਰਥ ਨਹੀਂ ਹੈ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕਥਾ ਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਗੱਲ ਆਉਂਦੀ ਰਹਿਣੀ ਹੈ ਤੇ ਉਹਦੇ ਵਿੱਚ ਵਾਧਾ ਹੁੰਦਾ ਰਹਿੰਦਾ। ਪਰਿਵਾਰ ਦਾ ਅਰਥ ਹੈ ਘੇਰਾ। ਜਿਸ ਤਰ੍ਹਾਂ ਚੰਦਰਮਾ ਦੇ ਦੁਆਲੇ ਦੁਆਲੇ ਕਈ ਵਾਰ ਤੁਸੀਂ ਦੇਖਿਆ ਹੋਊਗਾ ਇੱਕ ਚਮਕੀਲੀ ਜੀ ਲੀਕ ਆ ਜਾਂਦੀ ਹੈ, ਇੱਕ ਪੀਂਗ ਹੁੰਦੀ ਜਿਹੜੀ ਸਿੱਧੀ ਹੈ, ਇੱਕ ਬਿਲਕੁਲ ਪਹੀਏ ਦੀ ਤਰ੍ਹਾਂ ਗੋਲ ਹੁੰਦੀ ਹੈ, ਵਿਚਾਲੇ ਚੰਦਰਮਾ, ਆਲੇ ਦੁਆਲੇ ਚਮਕੀਲੀ ਲੀਕ ਹੈ। ਉਹਨੂੰ ਸਿਆਣੇ ਕੀ ਕਹਿੰਦੇ ਨੇ ਕਿ ਚੰਦਰਮਾ ਨੂੰ ਪਰਿਵਾਰ ਲੱਗਿਆ ਹੋਇਆ। ਇਹ ਤਾਂ ਨਹੀਂ ਹੈ ਵੀ ਚੰਦਰਮਾ ਨੂੰ ਨਿਆਣੇ ਲੱਗੇ ਹੋਏ ਨੇ ਜਾਂ ਚੰਦਰਮਾ ਦੇ ਮਾਂ-ਬਾਪ ਚਿੰਬੜੇ ਹੋਏ ਨੇ, ਇਹ ਤਾਂ ਅਰਥ ਜੀ ਨਹੀਂ। ਵੀ ਇੱਕ ਚਮਕੀਲੀ ਘੇਰੇ ਦੇ ਵਿੱਚ ਚੰਦਰਮਾ ਆ ਗਿਆ, ਉਹਨੂੰ ਕਹਿੰਦੇ ਚੰਦਰਮਾ ਪਰਿਵਾਰਿਆ ਗਿਆ। ਜਿਹੜੇ ਘੇਰੇ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ, ਜਿਨ੍ਹਾਂ ਲੋਕਾਂ ਦਾ ਘੇਰਿਆ ਹੋਇਆ ਸਾਡਾ ਜੀਵਨ, ਸਾਡੇ ਆਲੇ ਦੁਆਲੇ ਨੇ ਤੇ ਸਰੀਰ ਦੇ ਨਾਲ ਉਹਨਾਂ ਦਾ ਸੰਬੰਧ ਹੈ, ਤੇ ਉਹਨੂੰ ਕਹਿੰਦੇ ਹੈ ਇਹ ਪਰਿਵਾਰ ਹੈ। ਪਰਿਵਾਰ 'ਚ ਮਾਂ ਪਿਓ ਵੀ ਹੋਣਗੇ, ਭੈਣ ਭਰਾ ਵੀ ਹੋਣਗੇ, ਪੁੱਤਰ ਧੀਆਂ ਵੀ ਹੋਣਗੇ, ਤੇ ਇਸ ਤਰ੍ਹਾਂ ਉਹ ਸਾਰੇ ਪਰਿਵਾਰ ਦੇ ਸੁਧਾਰ ਕਰ ਲੈਂਦੇ ਹੈ। ਇਹ ਪਰਿਵਾਰ ਦੀ ਅਰਥ ਕੀਤੀ ਹੈ। ਤੇ ਇਤਿਹਾਸਕ ਤੱਥ ਨੇ ਕਿ ਸਮਾਂ ਹੋਇਆ ਇੱਕ ਗੁਰਮੁਖ ਜਿਹਦਾ ਨਾਮ ਭਾਈ ਆਕੁਲ ਸੀ। ਇਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਸ਼ਰਨਾਂ ਵਿੱਚ ਸੰਗਤ ਦੇ ਨਾਲ ਕਿਤੇ ਗਿਆ ਸੀ ਕਿਸੇ ਵੇਲੇ, ਗੁਰੂ ਰਾਮਦਾਸ ਜੀ ਦੇ ਕਿਰਪਾ ਹੋ ਗਈ। ਤੋ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਤੋਂ ਸਿੱਖੀ ਧਾਰਨ ਕਰ ਲਈ ਤੇ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਇਹ ਆਪਣੇ ਪਿੰਡ, ਉਸ ਪਿੰਡ ਦਾ ਨਾਮ ਵੱਡੇ ਘਰ ਹੈ, ਮਾਲਵੇ ਦਾ ਪ੍ਰਸਿੱਧ ਪਿੰਡ ਹੈ ਇਹ। ਇਹਨੂੰ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ, ਤਹਿਸੀਲ ਮੋਗਾ ਹੈ, ਮੋਗੇ ਤਹਿਸੀਲ ਦਾ ਪਿੰਡ ਹੈ। ਮਾਲਵੇ 'ਚ ਵੈਸੇ ਵੀ ਵੱਡੇ ਵੱਡੇ ਪਿੰਡ ਨੇ, ਇਹ ਉਹਨਾਂ ਦੇ ਵਿੱਚੋਂ ਇੱਕ ਵੱਡਾ ਪਿੰਡ ਹੈ। ਭਾਈ ਆਕਲ ਜੀ ਉਹਦੇ ਵਿੱਚ ਰਹਿੰਦੇ ਸੀ ਤੇ ਭਾਈ ਸੰਤੋਖ ਸਿੰਘ ਸਾਹਿਬ ਨੇ ਇਹਦਾ ਜ਼ਿਕਰ ਕੀਤਾ ਹੈ ਵੀ ਇਹ ਬੜਾ ਗੁਰਮੁਖ ਉਸ ਪਿੰਡ ਦਾ ਵਸਨੀਕ ਸੀ
ਵੱਡੇ ਗ੍ਰਾਮ ਦੇ ਵਿੱਚ ਰਹਿੰਦਾ ਸੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬੜੀ ਉਹਦੇ ਤੇ ਦਇਆ ਸੀ, ਸਿੱਖੀ ਨਿਭਾਈ। ਘਰ ਵੱਡੇ ਇੱਕ ਗ੍ਰਾਮ ਮਹਿ ਗੁਰਸਿੱਖ ਬਸੈ ਤਿਖਾਣ, ਇਹ ਤਰਖਾਣ ਜਾਤੀ ਦੇ ਵਿੱਚੋਂ ਸੀ। ਘਰ ਵੱਡੇ ਇੱਕ ਗ੍ਰਾਮ ਮਹਿ ਗੁਰਸਿੱਖ ਬਸੈ ਤਿਖਾਨ, ਰਾਮਦਾਸ ਸਤਿਗੁਰੂ ਤੋਂ ਸਿੱਖੀ ਧਰੀ ਮਹਾਨ। ਇਹ ਥੋੜਾ ਥੋੜਾ ਨਾਲ ਸਬੂਤ ਦਿੰਦੇ ਜਾਈਏ, ਜਿਹੜੀ ਗੱਲ ਉਹ ਫਿਰ ਪੱਕੀ ਹੋ ਜਾਂਦੀ ਹੈ। ਇਸ ਕਰਕੇ ਇਹ ਇਤਿਹਾਸਕ ਤੱਥ ਹੈ ਵੀ ਗੁਰੂ ਰਾਮਦਾਸ ਦਾ ਸਿੱਖ ਸੀ। ਇਹਦੀ ਬਿਰਤੀ ਇਹੀ ਜੀ ਹੋ ਗਈ, ਜੋ ਕੁਝ ਮਿਲਿਆ ਉਹਦੇ ਤੇ ਸੰਤੁਸ਼ਟ ਹੈ, ਇਹਦੇ ਔਲਾਦ ਹੈ ਨਹੀਂ ਸੀ। ਇਹਨੇ ਗੁਰੂ ਦੇ ਕੋਲੋਂ ਪੁੱਤਰ ਵੀ ਨਹੀਂ ਮੰਗਿਆ, ਜਾਚਨਾ ਹੀ ਨਹੀਂ ਕਰੀ, ਬਸ ਨਾਮ ਦੀ ਉਹ ਜਾਚਨਾ ਕਰਦਾ ਸੀ, ਨਾਮ ਦਾ ਮੰਨਣ ਕਰਦਾ ਸੀ, ਨਾਮ ਦਾ ਸਰਵਣ ਕੀਤਾ। ਮੰਨੈ ਪਰਵਾਰੈ ਸਾਧਾਰ ਕਿਵੇਂ ਹੁੰਦਾ ਹੈ, ਇਸ ਤੁਕ ਦੇ ਉੱਤੇ ਹੈ ਵਿਚਾਰ। ਸਮਾਂ ਲੰਘਿਆ, ਇਹਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ। ਇਹਨੇ ਪੁੱਤਰ ਦੀ ਤਰ੍ਹਾਂ ਚੌ ਲਾੜ ਕੀਤੇ। ਲੋਕ ਅੱਗੇ ਧੀਆਂ ਨਾਲ ਨਫ਼ਰਤ ਕਰਦੇ ਸੀ, ਇਹਨੇ ਨਹੀਂ ਕੀਤੀ, ਉਹ ਸਿੱਖ ਸੀ। ਪੁੱਤਰੀ ਵੱਡੀ ਹੋਈ, ਵਿਆਹਣ ਯੋਗ ਹੋ ਗਈ। ਉਸ ਸਮੇਂ ਦੇ ਰਿਵਾਜ ਅਨੁਸਾਰ ਜਿੰਨੀ ਉਮਰ ਦਾ ਵਿਆਹ ਕੀਤਾ ਜਾਂਦਾ ਸੀ, ਤੇ ਮਕਲਾਵਾ ਬਾਅਦ ਚ ਜਾਂਦੇ ਸੀ, ਪਹਿਲਾਂ ਵਿਆਹ ਕਰ ਦਿੰਦੇ ਸੀ। ਭਾਈ ਸਾਹਿਬ ਨੇ ਕਹੀ 7 ਵਰ੍ਹਿਆਂ ਦੀ ਉਮਰ ਚ ਵਿਆਹ ਕਰ ਦਿੱਤਾ ਇਹਦਾ, ਮਕਲਾਵਾ ਬਾਅਦ ਜਾਂਦਾ ਹੁੰਦਾ ਸੀ। ਸਮਾਂ ਲੰਘਿਆ ਤੇ ਇਹਦੀ ਸਗਾਈ ਕਰਨ ਵਾਸਤੇ, ਕਿਉਂਕਿ ਉਸ ਵੇਲੇ ਦਾ ਰਿਵਾਜ ਸੀ ਬ੍ਰਾਹਮਣ ਤੇ ਨਾਈ ਜਾਇਆ ਕਰਦੇ। ਭਾਈ ਅਕਲ ਨੇ ਕਿਹਾ ਮੇਰੀ ਪੁੱਤਰੀ ਵਾਸਤੇ ਮੇਰੀ ਯੋਗ ਵਾਰ ਹੋ ਗਈ ਹੈ, ਤੇ ਤੂੰ ਕੋਈ ਚੰਗਾ ਖਾਨਦਾਨ ਜਿੱਥੇ ਮੇਰੀ ਪੁੱਤਰੀ ਸੁਖੀ ਰਹੇ। ਹਰ ਬਾਪ ਦੀ ਇੱਛਾ ਹੁੰਦੀ ਹੈ। ਬ੍ਰਾਹਮਣ ਚੱਲ ਪਿਆ, ਭਾਲ ਕਰਦਾ ਕਰਦਾ ਤੁਕਲਾਣੀ ਪਿੰਡ ਆ ਗਿਆ। ਇਹ ਵੀ ਬੜਾ ਪਿੰਡ ਹੈ, ਮਾਲਵੇ ਦਾ ਹੀ ਹੈ। ਭਾਈ ਸੰਤੋਖ ਸਿੰਘ ਲਿਖਦੇ ਨੇ, ਫਿਰਿਓ ਕਿਤਕ ਥਲ ਮਿਲਿਓ ਨਾ ਹਾਣੀ, ਖੋਜਤ ਆਇਓ ਪੁਰ ਤੁਕਲਾਣੀ। ਤੁਕਲਾਣੀ ਪਿੰਡ ਹੈ, ਉੱਥੇ ਆ ਗਿਆ। ਉੱਥੇ ਕਿ ਸਾਦਾ ਨਾਮ ਦਾ ਤਰਖਾਣ ਸੀ, ਉਹਦਾ ਪੁੱਤਰ ਸੀ ਸਾਧੂ। ਇਹਨੇ ਉਹ ਸਾਧੂ ਨੂੰ ਸ਼ਗਨ ਦੇ ਦਿੱਤਾ, ਭਾਈਚਾਰਾ ਇਕੱਠਾ ਕੀਤੇ। ਜੋ ਰਸਮ ਸੀ, ਵਾਪਸ ਮੁੜ ਕੇ ਆਇਆ, ਕਹਿੰਦਾ ਜਜਮਾਨ ਵਧਾਈ ਹੋਵੇ, ਤੇਰੀ ਲੜਕੀ ਦਾ ਰਿਸ਼ਤਾ ਹੋ ਗਿਆ। ਦੇਖੋ ਸਿੱਖੀ ਕੈਸੀ ਹੈ। ਭਾਈ ਆਕਲ ਨੇ ਨਹੀਂ ਪੁੱਛਿਆ ਵੀ ਮੁੰਡਾ ਲੜਕਾ ਸੋਹਣਾ ਹੈ, ਲੰਮਾ ਲੰਜਾ ਹੈ, ਚੰਗੇ ਗੁਣਾਂ ਵਾਲਾ ਹੈ, ਚੰਗਾ ਕਮਾਉਂਦਾ ਹੈ, ਨਹੀਂ ਪੁੱਛਿਆ। ਹਵੇਲੀਆਂ ਕਿੱਡੀਆਂ ਕਿਨ, ਕਾਰੋਬਾਰ ਕਿੱਡੇ ਕੁ ਕਾਰਖਾਨੇ, ਕੋਈ ਗੱਲ ਨਹੀਂ ਪੁੱਛੀ। ਇਹੋ ਜਿਹੇ ਸਿੱਖ ਹੁੰਦੇ ਸੀ ਗੁਰੂ ਮਹਾਰਾਜ ਜੀ। ਪੁੱਛਿਆ ਕੀ? ਸੁਣ ਆਕਲ ਨੇ ਬੂਝਨ ਕਰਿਓ। ਕੀ ਬੁਝਣਾ ਕੀਤਾ? ਕਹਿੰਦੇ ਬ੍ਰਾਹਮਣ ਗੁਰ ਕੋ ਸਿੱਖ ਕੇ ਨਹੀਂ ਨਿਹਾਰਿਓ। ਤੈਂ ਮੇਰੀ ਪੁੱਤਰੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਦੇਖ ਲਿਆ ਸੀ ਵੀ ਸਿੱਖ ਹੈਗਾ, ਉਹ ਗੁਰੂ ਮਹਾਰਾਜ ਨੂੰ ਮੰਨਣ ਵਾਲਾ ਹੈ। ਤਾਂ ਬ੍ਰਾਹਮਣ ਬੋਲਦਾ, ਵਿਪਰ ਕਹੇ ਮੈਂ ਨਹੀਂ ਵਿਚਾਰਾ। ਵਿਪਰ ਕਹਿੰਦਾ ਮੈਂ ਤਾਂ ਵਿਚਾਰਿਆ ਹੀ ਨਹੀਂ ਇਹ ਗੱਲ। ਨੀਕੋ ਏਕ ਨਿਕੇਤ ਨਿਹਾਰਾ, ਮੈਂ ਤਾਂ ਘਰ ਵਧੀਆ ਦੇਖਿਆ। ਕਹਿੰਦੇ ਬ੍ਰਾਹਮਣ ਲੜਕੀਆਂ ਘਰਾਂ ਨਾਲ ਨਹੀਂ ਵਿਆਹੀਆਂ ਜਾਂਦੀਆਂ, ਲੜਕੀਆਂ ਜ਼ਮੀਨਾਂ ਨਾਲ ਨਹੀਂ ਵਿਆਹੀਆਂ ਜਾਂਦੀਆਂ, ਲੜਕੀਆਂ ਕਾਰੋਬਾਰਾਂ ਨਾਲ ਨਹੀਂ ਵਿਆਹੀਆਂ ਜਾਂਦੀਆਂ। ਉਹ ਗੁਰਸਿੱਖਾਂ ਦੀਆਂ ਲੜਕੀਆਂ ਤਾਂ ਗੁਰਸਿੱਖ ਖਾਨਦਾਨ 'ਚ ਵਿਆਹੀਆਂ ਜਾਂਦੀਆਂ। ਤੂੰ ਚੰਗਾ ਨਹੀਂ ਕੀਤਾ। ਮਨ ਦੇ ਵਿੱਚ ਸ਼ੰਕਾ ਹੋ ਗਈ ਵੀ ਗੁਰੂ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ, ਪਰ ਹਾਲੇ ਪਤਾ ਨਹੀਂ। ਕਿਹਾ ਵੀ ਚਲੋ ਜੋ ਪਾਣਾ ਸੀ ਵਰਤ ਗਏ। ਸਮਾਂ ਨਿਕਲਿਆ, ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਦਾ ਦਿਨ ਰੱਖਿਆ ਗਿਆ। ਚਿੱਠੀ ਭੇਜਦੇ ਹੁੰਦੇ ਸੀ, ਰਿਵਾਜ ਸੀ, ਚਿੱਠੀ ਭੇਜੀ ਜੀ, ਬਰਾਤ ਲੈ ਕੇ ਆਓ ਜੀ, ਇਸ ਤਰ੍ਹਾਂ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ। ਭਾਈ ਸਾਦਾ ਆਪਣੇ ਪੁੱਤਰ ਸਾਧੂ ਨੂੰ ਲੈ ਕੇ ਇਹ ਵੱਡੇ ਗ੍ਰਾਮ ਪਹੁੰਚ ਗਈ ਬਰਾਤ। ਅੱਗੇ 2-2 ਦਿਨ ਬਰਾਤ ਰਹਿੰਦੀ ਹੁੰਦੀ, 3-3 ਦਿਨ, ਹਫ਼ਤਾ ਤੱਕ ਦੀ ਵੀ ਇਸ ਤਰ੍ਹਾਂ ਦੀਆਂ ਗੱਲਾਂ। ਤਾਂ ਉੱਥੇ ਰਹਿੰਦਿਆਂ ਰਹਿਣ ਸਹਿਣ ਦੇ ਨਾਲ ਹੀ ਭਾਈ ਆਕਲ ਨੂੰ ਪਤਾ ਲੱਗ ਗਿਆ ਵੀ ਉਹ ਇਹ ਤਾਂ ਮੁਸਲਮਾਨ ਪੀਰ ਨੂੰ ਮੰਨਣ ਵਾਲੇ, ਸੁਲਤਾਨ ਪੀਰ ਨੂੰ ਮੰਨਣ ਵਾਲੇ। ਸਾਡਾ ਤਾਂ ਨੇੜੇ ਜਾਂ ਦੂਰ ਦਾ ਵਾਸਤਾ ਹੀ ਕੋਈ ਨਹੀਂ ਇਹਨਾਂ ਲੋਕ। ਪਰ ਹੁਣ ਬਰਾਤ ਬੂਹੇ ਤੇ ਆ ਗਈ, ਰਿਸ਼ਤੇਦਾਰ ਮੇਰੇ ਆਏ ਹੋਏ ਨੇ ਤੇ ਸ਼ਗਨ ਦੇ ਚੁੱਕੇ।
ਇਹ ਲੋਕਾਂ 'ਚ ਮੂੰਹ ਕਾਲਾ ਹੋ ਜਾਏ। ਇੱਕ ਪਾਸੇ ਸਿੱਖੀ ਹੈ, ਇੱਕ ਪਾਸੇ ਹੁਣ ਧਰਮ ਹੈ। ਪਰ ਹੁਣ ਸਿੱਖੀ ਕਹਿੰਦੇ ਧਰਮ ਨਿਭਾਉਣਾ ਚਾਹੀਦਾ। ਉਹਨੇ ਔਖਾ ਸੌਖਾ ਹੋ ਕੇ ਲੜਕੀ ਦੇ ਆਨੰਦ ਕਾਰਜ ਕਰਾ ਦਿੱਤੇ। ਮਨ ਨਹੀਂ ਸੀ ਚਾਹੁੰਦਾ, ਭਰੇ ਹੋਏ ਮਨ ਨਾਲ ਲੜਕੀ ਨੂੰ ਜਦੋਂ ਤੋਰਨ ਲੱਗਾ, ਕਹਿੰਦਾ ਪੁੱਤਰੀ ਜਾਣ ਲੱਗੀ, ਧੀ ਨੂੰ ਡੋਲਾ ਵਿਦਾ ਕਰਨ ਲੱਗੇ ਨਾ, ਡੋਲਾ ਚੁੱਕਣ ਵਾਲੇ ਕਹਾਰ 4 ਜਣੇ ਹੁੰਦੇ ਸੀ ਜਿਹੜਾ ਡੋਲਾ ਚੁੱਕਦੇ। ਜਿਹੜੇ ਅਮੀਰ ਲੋਕ ਸੀ ਉਹਨਾਂ ਵਾਸਤੇ ਦੂਸਰਾ ਇੰਤਜ਼ਾਮ ਹੁੰਦਾ ਸੀ, ਘੋੜਿਆਂ ਦੀਆਂ ਵਗੀਆਂ ਹੁੰਦੀਆਂ, ਰਾਤ ਹੁੰਦੇ, ਬੈਲ ਗੱਡੀਆਂ ਹੁੰਦੀਆਂ, ਰਿਵਾਜ ਇਹੋ ਜਿਹਾ ਸੀ। ਤੇ ਜਦੋਂ ਧੀ ਆਪਣੀ ਇਕਲੌਤੀ ਬੇਟੀ ਮਾਤਾ ਪਿਤਾ ਨੂੰ ਮਿਲਣ ਲੱਗੀ, ਮਨ ਭਰ ਆਇਆ। ਤੇ ਮਾਤਾ ਦਮੋਦਰੀ ਜਦੋਂ 6ਵੇਂ ਪਾਤਸ਼ਾਹ ਦੇ ਘਰੋਂ ਆਪਣੀ ਧੀ ਨੂੰ ਵਿਦਾ ਕਰਨ ਲੱਗੀ ਸੀ, 5 ਭਰਾਵਾਂ ਦੀ ਇੱਕੋ ਹੀ ਭੈਣ ਬੀਬੀ ਵੀਰੋ, ਤੇ ਉਸ ਵੇਲੇ ਮਾਤ ਦਮੋਦਰੀ ਮਿਲ ਮਿਲ ਰੋਈ, ਅਹੋ ਨਾਰ ਸੰਗ ਦੁਖੀ ਨਾ ਕੋਈ। ਉਹਦੀ ਵੀ ਅੱਖਾਂ 'ਚ ਪਾਣੀ ਆ ਗਿਆ ਸੀ। ਤਕੜੇ ਹੋ ਕੇ ਸਿੱਖੀ ਨਿਭਾਉਣੀ ਪੈਂਦੀ। ਜਦੋਂ ਮਾਂ ਨੂੰ ਗਲਬੜਕੀ ਪਾ ਕੇ ਮੇਰੀ ਮਾਂ ਨੇ ਕਿਹਾ, ਪੁੱਤਰੀ ਧਰਮ ਨਿਭਾਈ, ਸਿੱਖੀ ਦੀ ਲਾਜ ਰੱਖੀ। ਜਦੋਂ ਬਾਪ ਦੇ ਗਲ ਨੂੰ ਚਿੰਬੜੀ, ਕਹਿੰਦੇ ਭਾਈ ਸਾਹਿਬ ਦੇ ਅੱਖਾਂ 'ਚੋਂ ਪਾਣੀ ਇਸ ਕਰਕੇ ਆ ਗਿਆ ਵੀ ਮੈਂ ਇਕਲੌਤੀ ਬੇਟੀ ਨਾਲ ਇਨਸਾਫ ਨਹੀਂ ਕਰ ਸਕਿਆ। ਵਿਛੋੜੇ ਦੇ ਹੰਝੂ ਨਹੀਂ, ਦੁੱਖ ਦੇ ਹੰਝੂ ਆ ਗਏ ਵੀ ਉਹ ਗੁਰਮਤਿ ਦੀਆਂ ਲੋਰੀਆਂ ਨਾਲ ਪਲੀ ਹੋਈ ਧੀ ਮਨਮਤੀਆਂ ਦੇ। ਕਹਿੰਦਾ ਬੇਟੀ ਮੈਂ ਤਾਂ ਤੇਰੇ ਨਾਲ ਇਨਸਾਫ ਨਹੀਂ ਕਰ ਸਕਿਆ। ਉਹਨੇ ਕਿਹਾ ਬਾਪੂ ਕਿਉਂ? ਪੁੱਤ ਤੇਰਾ ਰਿਸ਼ਤਾ ਮਨਮਤੀਆਂ ਦੇ ਹੋ ਗਏ। ਇਹ ਸੁਲਤਾਨ ਪੀਰ ਨੂੰ ਮੰਨਣ ਵਾਲੇ ਨੇ, ਪਰ ਮੈਂ ਗੁਰੂ ਰਾਮਦਾਸ ਤੋਂ ਸਿੱਖੀ ਧਾਰੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਕੀਤੀ, ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕਰ ਰਿਹਾ ਆਪਣਾ ਪਰਿਵਾਰ। ਪੁੱਤਰੀ 3 ਪੁਸ਼ਤਾਂ ਗੁਰੂ ਦੇ ਨਾਲ ਹੋ ਗਈਆਂ ਮੈਨੂੰ, ਹੁਣ ਮੇਰੀ ਇੱਕ ਲਾਜ ਰੱਖ ਦੇ ਵੀ ਸੰਸਾਰ ਤਾਂ ਸਦਾ ਨਹੀਂ ਰਹਿਣਾ, ਧਰਮ ਦੇ ਵਿੱਚ ਰਹਿਣਾ ਹੈ, ਲੇਕਿਨ ਸਿੱਖੀ ਤੋਂ ਦੂਰ ਨਹੀਂ ਜਾਣਾ। ਤੇਰੀ ਬਹਾਦਰੀ ਹੈ ਜੇ ਤੂੰ ਆਪਣੇ ਪਤੀ ਨੂੰ ਸਿੱਖੀ ਵਿੱਚ ਲਾਇਆ ਹੈ, ਇਹਦੇ ਮਾਂ-ਬਾਪ ਜਿੱਥੇ ਮਰਜ਼ੀ ਜਾਣ ਕਰਨ, ਮੈਂ ਤੇਰੇ ਲਈ ਅਰਦਾਸ ਹੀ ਕਰ ਸਕਦਾ ਧੀਏ, ਤੇਰੇ ਕਰਮਾਂ ਦੇ ਵਿੱਚ ਐਸਾ ਹੀ ਲਿਖਿਆ ਸੀ। ਕਹਿੰਦੇ ਬਾਪ ਧੀ ਦੋਨਾਂ ਦੇ ਅੱਖਾਂ 'ਚ ਪਾਣੀ ਆ ਗਿਆ। ਬਾਪ ਨੇ ਅਰਦਾਸ ਕੀਤੀ ਆਪਣੀ ਧੀ ਨੂੰ ਬੁੱਕਲ 'ਚ ਲੈ ਕੇ, ਕਹਿੰਦੇ ਹੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਮੇਰੀ ਬੱਚੀ ਦੀ ਲਾਜ ਰੱਖੀ, ਮੇਰੀ ਬੱਚੀ ਦੀ ਸਿੱਖੀ ਨਿਭ ਜਾਏ। ਬੱਚੀ ਨੇ ਵੀ ਅਰਦਾਸ ਕੀਤੀ ਤੇ ਭਰੇ ਹੋਏ ਮਨ ਦੇ ਨਾਲ ਡੋਲੀ ਵਿੱਚ ਬਹਿ ਗਏ। ਭਾਈ ਸਾਦਾ ਤਾਂ ਬਰਾਤ ਲੈ ਕੇ ਨਿਕਲ ਗਿਆ ਅੱਗੇ। ਬਰਾਤ ਆਉਂਦੀ ਆਉਂਦੀ ਭਾਈ ਕੀ ਡਰੋਲੀ ਮਹਾਰਾਜ ਦੇ ਕਈ ਸਥਾਨ ਉੱਥੇ ਸਾਈਂ ਦਾਸ ਸੀ, ਉੱਥੇ ਮਹਾਰਾਜ ਦਾ ਸਾਧੂ ਸੀ ਜਿੱਥੇ ਬਾਬੇ ਗੁਰਦਿੱਤੇ ਦਾ ਜਨਮ ਹੋਇਆ, ਮਾਲਵੇ ਦਾ ਪ੍ਰਸਿੱਧ ਨਗਰ ਹੈ ਵੀ। ਤੇ ਉਸ ਥਾਂ ਜਦੋਂ, ਕਿਉਂਕਿ ਅੱਗੇ ਇਹ ਹੁੰਦਾ ਸੀ ਵੀ ਸਾਜਰੇ ਡੋਲੀ ਵਿਦਾ ਕਰ ਦੇਣੀ, ਵੀ ਧੁੱਪ ਚੜਨ ਤੋਂ ਪਹਿਲਾਂ ਕਹਾਰਾਂ ਨੂੰ ਚੱਕਣਾ ਵੀ ਔਖਾ ਹੁੰਦਾ। ਉਹ ਪੌ ਫਟਾਲੇ ਦੇ ਨਾਲ ਭਾਈ ਕੀ ਡਰੋਲੀ ਜਦੋਂ ਲੰਘਣ ਲੱਗੇ ਤੇ ਕੰਨਾਂ 'ਚ ਕੀਰਤਨ ਦੀ ਆਵਾਜ਼ ਪੈ ਗਈ ਬੀਬੀ ਦੇ। ਹੁਣ ਸਹੁਰੇ ਘਰ ਬੀਬੀ ਚੱਲੀ ਹੈ, ਪਤੀ ਤੁਰਿਆ ਜਾ ਰਿਹਾ ਹੈ, ਪਤਨੀ ਡੋਲੀ ਦੇ ਵਿੱਚ ਹੈ, ਪਿੱਛੇ ਪਿੱਛੇ ਡੋਲੀ ਦੇ ਆ ਰਿਹਾ ਹੈ। ਤੇ ਮਲਕ ਦੇ ਕੇ ਬੀਬੀ ਨੇ ਕਹਾਰਾਂ ਨੂੰ ਕਿਹਾ ਵੀ ਵੀਰੋ ਮੇਰੀ ਇੱਕ ਬੇਨਤੀ ਹੈ। ਕਿਹਾ ਬੀਬੀ ਤੁਰੇ ਜਾਂਦੀ, ਕਹਿੰਦੇ ਬੀਬੀ ਦੱਸ ਬੀਬਾ ਜੀ। ਕਹਿੰਦੀ ਜਿੱਥੇ ਆਵਾਜ਼ ਆਉਂਦੀ ਹੈ ਕੀਰਤਨ ਦੀ, ਮੇਰੀ ਡੋਲੀ ਉੱਥੇ ਲੈ ਜਾਓ, ਮੈਨੂੰ ਲੱਗਦਾ ਵੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਹੋਣਗੇ। ਉਹ ਡੋਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਥੇ ਕੀਰਤਨ ਹੋ ਰਿਹਾ ਸੀ, 6ਵੇਂ ਪਾਤਸ਼ਾਹ ਬੈਠੇ, ਦਰਬਾਰ ਲੱਗਿਆ ਹੋਇਆ, ਆਸਾ ਦੀ ਵਾਰ ਦੀ ਸਮਾਪਤੀ ਹੋਣ ਵਾਲੀ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਬੀਬੀ ਦੇ ਹੱਥ ਜੋੜੇ ਨੇ, ਮਹਾਰਾਜ ਮੇਰੀ ਵੀ ਰੱਖੋ ਜੇ ਜੁਗਾਂ ਜੁਗਾਂਤਰਾਂ 'ਚ ਰੱਖੀ। ਤੇ ਪਿੱਛੇ ਤੋਂ ਇਹਦੇ ਘਰ ਵਾਲਾ ਜਿਹੜਾ ਸਾਧੂ ਸੀ, ਉਹਦੇ ਨਾਲ ਦੇ ਕਹਿੰਦੇ ਓਏ ਇਹ ਤਾਂ ਪਹਿਲੇ ਦਿਨ ਆਪਣੀ ਮਰਜ਼ੀ ਨਾਲ ਪਾਲਕੀ ਨੂੰ ਲੈ ਗਈ ਇੱਧਰ ਨੂੰ, ਇਹ ਤੇਰੇ ਬਸੂਗੀ। ਮੈਨੇ ਮਾਰੇ ਉਹਨੂੰ। ਕਹਿੰਦਾ ਵੀ ਚਲੋ ਰਸਤੇ 'ਚ ਤਾਂ ਕੁਝ ਨਹੀਂ, ਕਹਿੰਦਾ ਵੀ ਉੱਥੇ ਘਰ ਚੱਲ ਕੇ ਕਰਾਂਗੇ ਹੁਣ, ਇਹ ਵੀ ਹੁਣ ਕਲੇਸ਼ ਨਹੀਂ ਰਸਤੇ ਕਰਨ, ਵੀ ਪਹਿਲਾਂ ਦੇਖ ਤਾਂ ਲਈਏ ਵੀ ਕਿੱਥੇ ਗਈ ਹੈ। ਮਗਰੇ ਮਗਰ ਆਇਆ, ਜਦੋਂ
ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚਿਆ, ਮਨ ਦੇ ਹਾਵ ਭਾਵ ਬਦਲ ਗਏ, ਦਰਸ਼ਨ ਕੀਤੇ ਤੇ ਸਮਾਪਤੀ ਹੋਈ ਤੋਂ ਆ ਬੀਬੀ ਦੇ ਗਹਿਣੇ ਉਸ ਤਰ੍ਹਾਂ ਪੁਰਾਣੇ ਸਮੇਂ 'ਚ ਪਾ ਲੈਂਦੇ ਵਸਤਰ, ਵਿਆਹ ਵਾਲੇ ਦੇਖ ਕੇ ਮਹਾਰਾਜ ਕਹਿੰਦੇ ਬੇਟੀ ਵਸਤਰ ਵਿਆਹ ਵਾਲੇ ਨੇ? ਕਹਿੰਦੀ ਹਾਂ ਮਹਾਰਾਜ ਮੇਰਾ ਵਿਆਹ ਹੋਇਆ ਹੈ। ਅੱਖਾਂ ਭਰ ਕੇ ਰੋ ਰੋ ਕੇ ਕਹਿੰਦੀ ਸਤਿਗੁਰੂ ਮੇਰੀ ਲਾਜ ਰੱਖ ਦਿਓ। ਕਹਿੰਦੇ ਪੁੱਤਰੀ ਕੀ ਗੱਲ ਹੈ? ਕਹਿੰਦੀ ਮੇਰੇ ਪਿਤਾ ਚੌਥੇ ਪਾਤਸ਼ਾਹ ਤੋਂ ਲੈ ਕੇ ਤੁਹਾਡੇ ਘਰ ਦੇ ਸਿੱਖ ਨੇ, ਮੈਂ ਉਹਨਾਂ ਦੀ ਇਕਲੌਤੀ ਬੇਟੀ ਹਾਂ, ਮੈਂ ਵਿਆਹੀ ਗਈ ਮਨਮਤੀਆਂ ਦੇ, ਮੇਰੀ ਸਿੱਖੀ ਨਿਭਜ ਹੈ। ਕਹਿੰਦੇ ਕੀ ਚੋ? ਮਹਾਰਾਜ ਨੇ ਪਹਿਲਾਂ ਤਾਂ ਕਿਹਾ ਕਹਿੰਦੇ ਬੇਟੀ ਤੇਰੇ ਕਰਮਾਂ 'ਚ ਇਹੀ ਲਿਖਿਆ ਹੋਇਆ ਸੀ, ਹੁਣ ਸਤ ਸੰਗਣ ਸੀ। ਕਹਿੰਦੀ ਮਹਾਰਾਜ ਤੁਸੀਂ ਕਰਮ ਬਦਲ ਸਕਦੇ ਹੋ, ਸੁਲੱਖਣੀ ਦੇ ਵੀ ਤਾਂ ਬਦਲੇ ਹੀ ਸੀ, ਇੱਕ ਪੁੱਤ ਦਿੰਦੇ ਦਿੰਦੇ ਸੱਤ ਨਹੀਂ ਸੀ ਦੇਤੇ ਉਹਨੂੰ, ਮੇਰੇ ਕਰਮ ਬਦਲ ਦੋ। ਮਹਾਰਾਜ ਨੇ ਉਹਦਾ ਪ੍ਰੇਮ ਦੇਖ ਕੇ, ਉਹਦੀ ਸ਼ਰਧਾ ਦੇਖ ਕੇ ਕਹਿੰਦੇ ਅੱਛਾ ਪੁੱਤਰੀ ਗੁਰੂ ਨਾਨਕ ਕਿਰਪਾ ਕਰੂਗਾ, ਗੁਰੂ ਤੇਰੀ ਸਹਾਇਤਾ ਕਰੂ, ਤੂੰ ਤਾਂ ਆਈ ਉਸੇ ਮੌਕੇ ਜਦੋਂ ਸ਼ਬਦ ਪੜਿਆ ਜਾ ਰਿਹਾ ਸੀ ਵੀ ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਤੇਰੀ ਪੈਜ ਗੁਰੂ ਨਾਨਕ ਰੱਖੂ, ਗੁਰੂ ਨਾਨਕ ਮੇਰੀ ਪੈਜ ਸਵਾਰੇ। ਪਿੱਛੇ ਆ ਗਿਆ ਸਾਧੂ, ਸਾਦੇ ਦਾ ਪੁੱਤਰ ਆਇਆ ਤਾਂ ਗੁੱਸੇ 'ਚ ਸੀ, ਜਦੋਂ ਮਹਾਰਾਜ ਨੂੰ ਮੱਥਾ ਤਾਂ ਟੇਕਣਾ ਹੀ ਪਿਆ। ਮਹਾਰਾਜ ਕਹਿੰਦੇ ਕਾਕਾ ਇਹ ਬੀਬੀ ਤੈਨੂੰ ਵਿਆਹੀ ਗਈ? ਕਹਿੰਦਾ ਜੀ ਹਾਂ। ਹੁਣ 6ਵੇਂ ਪਾਤਸ਼ਾਹ ਦੀ ਧਾਂਗ ਪਈ ਵੀ ਹੈ ਦਿੱਲੀ ਤਖਤ ਤੱਕ। ਮਹਾਰਾਜ ਨੇ ਇੱਕੋ ਹੀ ਵਚਨ ਕਿਹਾ, ਕਹਿੰਦੇ ਬੇਟਾ ਸਿੱਖਾਂ ਦੀਆਂ ਪੁੱਤਰੀਆਂ ਗੁਰੂ ਦੀਆਂ ਪੁੱਤਰੀਆਂ ਨੇ, ਵੀ ਇਹਦਾ ਪਿਤਾ ਤਾਂ ਹੈਗਾ ਬੜਾ ਗਰੀਬ ਜਿਹਾ ਸਿੱਖ, ਪਰ ਕਹਿੰਦੇ ਸਮਝ ਲੈ ਵੀ ਪੁੱਤਰੀ ਸਾਡੀ ਆ, ਖਿਆਲ ਰੱਖੀ ਸਾਡੀ ਪੁੱਤਰੀ ਦਾ। ਲੈ ਇੰਨੀ ਗੱਲੇ ਬਹੁਤ ਸੀ, ਸ਼ਸਤਰਧਾਰੀ ਯੋਧੇ ਖੜੇ ਭਾਈ ਵਿਧੀ ਚੰਦ ਵਰਗੇ ਸੂਰਮੇ, ਉਹਨੂੰ ਤਾਂ ਦੇਖ ਕੇ ਕੰਬਾ ਚੜ ਗਿਆ। ਉਹਨੇ ਕਿਹਾ ਵੀ ਗੱਲ ਤਾਂ ਕੁਛ ਹੁੰਦਾ ਵੀ ਮੈਂ ਇਹਨੂੰ ਕੀ ਕਰ ਸਕਦਾ। ਮਹਾਰਾਜ ਕਹਿੰਦੇ ਬੇਟਾ ਤੂੰ ਪਤੀ ਨੂੰ ਪਰਮੇਸ਼ਰ ਸਮਝ ਕੇ ਸੇਵਾ ਕਰਨੀ ਹੈ? ਕਹਿੰਦੀ ਸਤ ਵਚਨ। ਕਹਿੰਦੇ ਮੇਰੀ ਪੁੱਤਰੀ ਨੇ 3 ਪੁਸ਼ਤਾਂ ਤੋਂ ਇਹਦੇ ਬਾਪ ਨੇ ਇਹਦੀ ਮਾਂ ਨੇ ਕੀਤੀ ਆ ਸੰਗਤ। ਕਹਿੰਦੇ ਤੂੰ ਕਾਕਾ ਜੇ ਸਿੱਖੀ ਧਾਰਨ ਕਰ ਲਵੇ ਗੁਰੂ ਦੀਆਂ ਬਰਕਤਾਂ ਆ ਜਾਣਗੀਆਂ। ਕਹਿੰਦਾ ਜੀ ਮੈਂ ਹੁਣੇ ਤਿਆਰ ਹਾਂ। ਚਰਨਾਮਤ ਦਿੱਤਾ, ਗੁਰਮੰਤਰ ਦੇ ਦਿੱਤਾ। ਕਹਿੰਦੇ ਇੱਕ ਤਾਂ ਪੱਥਰਾਂ ਨੂੰ ਮੱਥਾ ਨਹੀਂ ਟੇਕਣਾ, ਪੀਰਾਂ ਫਕੀਰਾਂ ਨੂੰ ਇਹ ਜਿਹੇ ਪਖੰਡੀਆਂ ਨੂੰ ਨਹੀਂ ਮੰਨਣਾ, ਗੁਰੂ ਨਾਨਕ ਦਾ ਮੂਲ ਮੰਤਰ ਗੁਰਮੰਤਰ ਸਿੱਖੀ ਨਿਭਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਬੱਚੇ ਤੈਂ ਬਚਨ ਮੰਨਿਆ ਸਾਡਾ, ਲੈ ਮੈਂ ਹੁਣੇ ਵਰ ਦਿੰਨਾ ਕਿ ਤੁਹਾਡੇ ਘਰ ਇੱਕ ਬੱਚਾ ਪੈਦਾ ਹੋਊਗਾ, ਚੰਦਰਮਾ ਵਰਗਾ ਰੂਪ ਹੋਊਗਾ, ਉਹਦਾ ਸ਼ਾਂਤ ਹੋਊਗਾ, ਤੇ ਕਹਿੰਦੇ ਉਹਦਾ ਨਾਮ ਰੂਪ ਚੰਦ ਰੱਖਿਓ। ਨਾਂ ਰੱਖਤਾ ਪਹਿਲਾਂ ਹੀ। ਮਹਾਰਾਜ ਸਾਹਿਬ ਜੀ ਦੀ ਸਿੱਖੀ ਲੈ ਕੇ ਵਾਪਸ ਆਏ। ਹੁਣ ਰਿਵਾਜ ਦੇ ਅਨੁਸਾਰ ਉਹਦਾ ਬਾਪ ਕਹਿੰਦਾ ਚਲੋ ਉੱਥੇ ਸੁਲਤਾਨੀਏ ਪੀਰ ਦੇ ਮੱਥਾ ਟੇਕੋ। ਹਰਾ ਜਿਹਾ ਕੱਪੜਾ ਪਾਇਆ ਹੋਇਆ ਸੀ ਉੱਥੇ। ਹੁਣ ਬੀਬੀ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪਈ। ਉਹ ਸਾਦੇ ਦਾ ਪੁੱਤਰ ਸਾਧੂ ਕਹਿਣ ਲੱਗਿਆ ਆਪਣੇ ਪਿਤਾ ਨੂੰ, ਕਹਿੰਦਾ ਮਹਾਰਾਜ ਵੀ ਪਿਤਾ ਜੀ ਮੈਂ ਨਹੀਂ ਮੱਥਾ ਟੇਕਣਾ। ਕਹਿੰਦਾ ਤੇਰਾ ਦਿਮਾਗ ਖਰਾਬ ਹੋਇਆ, ਚੱਲ ਕੁੜੀਏ। ਧੱਕੇ ਤੇ ਲੈ ਗਏ, ਜਾ ਕੇ ਪੀਰ ਦੇ ਲੱਤ ਮਾਰੀ। ਕਹਿੰਦਾ ਇਹਨੂੰ ਮੱਥਾ ਟੇਕਾਂ ਪੱਥਰਾਂ ਨੂੰ? ਮੇਰਾ ਪੀਰ ਜਿਉਂਦਾ ਜਾਗਦਾ, ਮੈਂ ਸਿੱਖ ਹਾਂ ਗੁਰੂ ਹਰਗੋਬਿੰਦ ਸਾਹਿਬ ਦਾ। ਲੋਕਾਂ 'ਚ ਨਿੰਦਿਆ ਹੋ ਗਈ, ਲਓ ਜੀ ਇਹ ਪੀਰ ਦੀ ਕਰੋਪੀ ਹੋ ਜਾਣੀ ਹੈ, ਇਹਨਾਂ ਦਾ ਆਹ ਹੋ ਜੂ ਵਾਹ ਹੋ ਜੂ। ਤੇ ਬੀਬੀ ਨੂੰ ਕਹਿਣ ਲੱਗਾ, ਕਹਿੰਦਾ ਵੀ ਸਵੇਰੇ ਫੇਰ ਇਹਨਾਂ ਨੇ ਜਿੱਦ ਕਰਨੀ ਆ ਮੱਥਾ ਟੇਕਣ ਨੂੰ, ਵੀ ਹੁਣ ਕੀ ਕਰੀਏ? ਕਹਿੰਦੀ ਜੀ ਦੇਖੋ ਹੁਣ ਤੁਸੀਂ, ਮੈਂ ਤਾਂ ਤੁਹਾਡੇ ਨਾਲ ਹਾਂ। ਕਹਿੰਦਾ ਤੂੰ ਇਸ ਤਰ੍ਹਾਂ ਕਰ ਵੀ ਦੇਖਦੇ ਹਾਂ ਹਾਲੇ ਕੀ ਕਰਦੇ। ਅਗਲੇ ਦਿਨ ਫੇਰ ਉਹਨੇ ਕਿਹਾ ਵੀ ਇਹ ਤਾਂ ਕੰਮੇ ਸੂਤ ਨਹੀਂ ਆਉਣਾ। ਉਹਨੇ ਰਾਤ ਨੂੰ ਲੈ ਕੇ ਹਥੌੜਾ ਸਾਰੇ ਪੀਰ ਦੀਆਂ ਇੱਟਾਂ ਖਿਲਾਰਤੀਆਂ, ਸਾਰੀਆਂ ਖਿੜੀਆਂ ਪਈਆਂ। ਦਿਨ ਚੜ੍ਹਦੇ ਨੂੰ ਪੀਰ ਸਾਹਿਬ ਦੀਆਂ ਇੱਟਾਂ ਖਿਲਰੀਆਂ ਦੇਖ ਕੇ ਬਹੁਤ ਤੰਗ ਹੋਏ, ਸਾਰਾ ਇਲਾਕਾ ਹੀ ਤੰਗ ਹੋ ਗਿਆ, ਪਿੰਡ ਤੰਗ ਹੋ ਗਿਆ। ਤੁਕਲਾਣੀ ਵਾਲੇ ਆਹ ਕੀ ਬਣ ਗਿਆ? ਉਹਨੇ ਫੇਰ ਬਣਾਤੀ ਮਿਸਤਰੀ ਲਿਆ ਕੇ, ਆਪ ਮਿਸਤਰੀ ਸੀ ਉਹ, ਕਬਰ ਜੀ ਵਾਂਗੂ ਫੇਰ ਬਣਾਤੀ। ਉਸ ਤਰ੍ਹਾਂ ਹਰਾ ਕੱਪੜਾ ਪਾਤਾ। ਉਹ ਇੱਟਾਂ ਤਾਜ਼ੀਆਂ ਸੀ। ਆਕਲ ਦੀ ਪੁੱਤਰੀ ਨੂੰ ਕਹਿੰਦਾ ਵੀ ਤੂੰ ਐਂ ਕਰ, ਮੈਂ ਭੰਨੂਗਾ, ਤੂੰ ਤੁਹਾਡੇ ਨਾਲ ਆ ਖੂਹ ਹੈ ਇਹਦੇ 'ਚ ਸਿੱਟ ਦੇ। ਮੁੱਦਾ ਹੀ ਗਾਇਬ ਕਰਦੀ ਹੈ, ਸਾਰੀਆਂ ਇੱਟਾਂ ਉਹਦੇ ਸਿੱਟਤੀਆਂ। ਚਲੋ ਮੁੜ ਕੇ ਫੇਰ ਕਿਸੇ ਨੇ ਕੀ ਕਹਿਣਾ ਸੀ। ਸਮਾਂ ਪਾ ਕੇ ਉਹਨਾਂ ਦੇ ਪੁੱਤਰ ਹੋਇਆ, ਮਹਾਰਾਜ ਦੇ ਚਰਨਾਂ 'ਚ ਲਿਆਂਦਾ। ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਕਹਿੰਦੇ ਮੇਰਾ ਰੂਪ ਚੰਦ ਆ ਗਿਆ। ਤੇ ਮਹਾਰਾਜ ਕਹਿੰਦੇ ਅੱਛਾ ਜਾਓ ਸਿੱਖੀ ਨਿਭਾਓ, ਤੁਹਾਨੂੰ ਤੁਹਾਡੇ ਖਾਨਦਾਨ ਨੂੰ ਸਿੱਖੀ ਬਖਸ਼ੀ, ਤੁਸੀਂ ਨਾਮ ਦਾ ਮੰਨਣ ਕੀਤਾ, ਪਰਿਵਾਰ ਦਾ ਹੀ ਸੁਧਾਰ ਹੋ ਗਿਆ। ਸਤ ਵਚਨ ਮਹਾਰਾਜ। ਸਮਾਂ ਲੰਘਿਆ, ਪਿਤਾ ਸੰਸਾਰ ਤੋਂ ਚਲਿਆ ਗਿਆ। ਇਹ ਹੁਣ ਪਿਓ ਪੁੱਤ ਦੋਨੇ ਲੱਕੜਾਂ ਦਾ ਕੰਮ ਕਰਦੇ ਆ।
ਤੇ ਇਹ ਲੱਕੜਾਂ ਕੱਟ ਕੇ ਜਦੋਂ ਸੁੱਕੀਆਂ ਹੋ ਜਾਣ ਫਿਰ ਉਹ ਵੇਚਣੀਆਂ ਜਾਂ ਉਹਦਾ ਕੋਈ ਕੁਝ ਬਣਾਉਣਾ ਤੇ ਸਮਾਂ ਪਾ ਕੇ। ਇਹ ਦੋਨੇ ਗਰਮੀ ਦੀ ਰੁੱਤ, ਜੇਠ ਦਾ ਮਹੀਨਾ, ਪਾਣੀ ਠੰਡਾ ਕਰਨ ਵਾਸਤੇ ਪੁਰਾਣੇ ਸਮੇਂ 'ਚ ਚੂਨਾ ਆਲੇ ਦੁਆਲੇ ਪਾ ਕੇ ਨਾ ਰੇਤੇ ਦੇ ਨਾਲ ਫਿਰ ਪਾਣੀ ਲਾ ਕੇ ਠੰਡਾ, ਫਰਿੱਜ ਨਾਲੋਂ ਵਧੀਆ ਬਣ ਜਾਂਦਾ ਸੀ ਪਾਣੀ। ਕੁੰਨਾ ਕਹਿੰਦੇ ਸੀ। ਪਿਆਸ ਲੱਗੀ ਕੰਮ ਕਰਦੇ ਕਰਦੇ, ਕਹਿੰਦੇ ਪੁੱਤਰ ਥੋੜਾ ਜਿਹਾ ਹੋਰ ਕਰ ਲਈ ਆਪਾਂ, ਫਿਰ ਪੀਨੇ ਆ ਪਾਣੀ। ਕਹਿੰਦਾ ਪਿਤਾ ਜੀ ਠੀਕ ਹੈ, ਪਰ ਪਿਆਸ ਬਹੁਤ ਲੱਗੀ ਹੈ। ਕਹਿੰਦਾ ਮੈਨੂੰ ਵੀ ਲੱਗੀ ਹੈ, ਪਰ ਹਾਲੇ ਨਹੀਂ ਪੀਣਾ, ਆਪਾਂ ਕੰਮ ਇੰਨਾ ਕੁ ਕਰ ਲਈ। ਇਹਨੇ ਹੋਰ ਪਿਆਸ ਤੇਜ਼ ਹੋ ਗਈ। ਜਦੋਂ ਆਏ ਠੰਡਾ ਪਾਣੀ ਦੇਖ ਕੇ ਕਹਿੰਦਾ ਪੁੱਤਰ ਰੂਪਚੰਦ, ਹਾਂ ਪਿਤਾ ਜੀ। ਕਹਿੰਦੇ ਇਹ ਪਾਣੀ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਪੀਣ ਵਾਲਾ ਹੈ। ਕਹਿੰਦੇ ਪਿਤਾ ਜੀ ਜਾਂ ਤਾਂ ਕਹਿੰਦੇ ਨਾ, ਪਰ ਹੁਣ ਘੁੱਟ ਨਹੀਂ ਭਰਨੀ, ਹੁਣ ਤਾਂ ਗੁਰੂ ਨੂੰ ਛਕਾ ਕੇ ਛਕਣਾ। ਕਹਿੰਦੇ ਫਿਰ ਹੁਣ ਆਪਾਂ ਪਾਣੀ ਲੈ ਕੇ ਵੀ ਨਹੀਂ ਜਾ ਸਕਦੇ, ਪਿਆਸ ਲੱਗੀ ਹੈ, ਤੁਰ ਨਹੀਂ ਸਕਦੇ। ਕਹਿੰਦੇ ਬੇਨਤੀ ਤਾਂ ਕਰ ਸਕਦੇ ਹਾਂ ਵੀ ਮਹਾਰਾਜ ਜਲ ਛਕ ਲਓ ਸਾਡਾ ਗਰੀਬਾਂ ਦਾ। ਲਾਲੋ ਦੀਆਂ ਰੋਟੀਆਂ ਵੀ ਤਾਂ ਖਾਧੀਆਂ, ਭੀਲਣੀ ਦੇ ਬੇਰ ਵੀ ਤਾਂ ਖਾਧੇ, ਬਿਦਰ ਦੀ ਰੋਟੀ ਵੀ ਤਾਂ ਖਾਧੀ, ਸਾਗ ਕੀ ਆਪਣਾ ਉਹੀ ਪਰਮੇਸ਼ਰ ਹੈ। ਲੱਗੇ ਅਰਾਧਨ, ਹੇ ਗੁਰੂ ਹਰਗੋਬਿੰਦ ਸਾਹਿਬ ਜਲ ਛਕ ਲਓ ਮਹਾਰਾਜ, ਤੁਸੀਂ ਛਕੋ ਫਿਰ ਅਸੀਂ ਛਕਾਂਗੇ। ਲੂ ਵਗਦੀ ਹੈ, ਬੁੱਲ ਸੁੱਕੇ ਹੋਏ ਨੇ, ਕੰਠ ਸੋ ਗਿਆ। ਬਰਾਗ ਦੇ ਵਿੱਚ ਆਏ ਹੋਏ ਉਹ ਪਿਆਸ ਸਾਸ ਨਹੀਂ ਹੋਇਆ, ਪੁੱਤਰ ਬੇਹੋਸ਼ ਹੋ ਗਿਆ। ਰੂਪਚੰਦ ਜਿਹੜਾ ਅਰਦਾਸਾਂ ਕਰਕੇ ਲਿਆ, ਪੁੱਤਰ ਨੂੰ ਆਪਣੇ ਗੋਦ ਵਿੱਚ ਲੈ ਲਿਆ। ਪਾਣੀ ਦੀ ਬੂੰਦ ਨਹੀਂ ਪਾਈ ਮੂੰਹ 'ਚ। ਪੁੱਤਰ ਮਰ ਰਿਹਾ ਪਾਣੀ ਤੋਂ ਪਿਆਸਾ। ਕਹਿੰਦਾ ਨਹੀਂ, ਸਿੱਧਕ ਹੈ ਮੇਰੇ ਪੁੱਤਰ ਨੇ ਵੀ। ਇਹਨੇ ਨੂੰ ਉਹ ਵੀ ਬੇਹੋਸ਼ ਹੋ ਗਿਆ। ਇਹ ਬੇਹੋਸ਼ ਹੋਏ। ਮਹਾਰਾਜ ਸਾਹਿਬ ਜੀ ਨੇ ਇੰਨੀ ਕਾਹਲੀ ਕੀਤੀ ਤੇ ਇਕੱਲੇ ਹੀ ਸਿੱਖਾਂ ਨੂੰ ਕਹਿੰਦੇ ਵੀ ਮੈਂ ਬੜੀ ਜਲਦੀ ਜਾਣਾ। ਘੋੜੇ ਤੇ ਮਾਲੀ ਪਰਾ ਕਿਤੇ ਘੋੜਾ ਦਵੜ ਸੱਟ ਛੱਡਿਆ ਮਹਾਰਾਜ। ਕੋਈ ਸਿੱਖ ਨਹੀਂ ਲਿਆ ਨਾਲ, ਬਲਕਿ ਕਾਹਲੀ ਦੀ ਕਾਠੀ ਵੀ ਨਹੀਂ ਪਾਈ ਮਹਾਰਾਜ ਨੇ। ਘੋੜਾ ਭਜਾ ਕੇ ਮਹਾਰਾਜ ਤੇ ਭਾਈ ਵਿਧੀ ਚੰਦ ਬਣਿਆ ਕਿ ਗੁਰੂ ਸਾਹਿਬ ਬਿਨਾਂ ਦੱਸੇ ਸਾਰੇ ਸਿੱਖ ਨਾਲ ਨਾਲ ਲੱਭਦੇ ਲੱਭਦੇ ਉਹ ਪਿੱਛੇ ਪਿੱਛੇ ਆਏ ਤੇ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਜਿੱਥੇ ਪਿਓ ਪੁੱਤ ਬੇਹੋਸ਼ ਪਏ। ਇੱਕ ਦਾ ਸਿਰ ਆਪਣੇ ਇਧਰਲੇ ਗੋਡੇ ਤੇ, ਦੂਜੇ ਦਾ ਇਧਰਲੇ ਗੋਡੇ ਤੇ ਪੱਖੇ ਦੀ ਝੱਲ ਮਾਰ ਕੇ ਆਪਣੀ ਰੂਹਾਨੀ ਸ਼ਕਤੀ ਦੇ ਨਾਲ ਕਹਿੰਦੇ ਭਾਈ ਸਿੱਖਾ ਮੈਂ ਪਹੁੰਚ ਗਿਆ, ਉੱਠ ਖੜੋ। ਅੱਖਾਂ ਖੁੱਲੀਆਂ, ਦੋਨਾਂ ਦੇ ਵਿੱਚ ਚੇਤਨਾ ਆਈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲਿਪਟ ਕੇ ਮਹਾਰਾਜ ਤੁਸੀਂ ਲਾਜ ਰੱਖ ਲਈ। ਗਰੀਬ ਨਿਵਾਜ ਸਤਿਗੁਰੂ ਕਹਿਣ ਲੱਗੇ ਇਹ ਪਿਆਸ ਤੁਹਾਨੂੰ ਨਹੀਂ ਲੱਗੀ ਤੇ ਮੈਨੂੰ ਲੱਗੀ ਹੋਈ ਸੀ। ਤੁਸੀਂ ਪਾਣੀ ਪੀਓ ਪਹਿਲਾਂ, ਗੁਰੂ ਬਾਅਦ ਚ ਪੀਊਗਾ। ਕਹਿੰਦੇ ਨਾ ਮਹਾਰਾਜ ਸਾਡਾ ਧਰਮ ਨਿਭਾ ਦਿਓ, ਇੱਕ ਘੁੱਟ ਭਰ ਲਓ ਪਹਿਲਾਂ ਫਿਰ ਅਸੀਂ ਛਕਾਂਗੇ। ਮਹਾਰਾਜ ਸਾਹਿਬ ਨੇ ਜਲ ਛਕਿਆ ਤੇ ਸੀਤ ਪ੍ਰਸ਼ਾਦ ਇਹਨਾਂ ਨੇ ਛਕਿਆ। ਇਹਨਾਂ ਨੂੰ ਵਿਧੀ ਚੰਦ ਸਾਰੇ ਸਿੱਖ ਇਕੱਠੇ ਹੋ ਕੇ ਆ ਗਏ। ਮਹਾਰਾਜ ਆ ਕੀ ਖੇਡ ਰਚੀ ਹੈ? ਕਹਿੰਦੇ ਆਪਣੇ ਪਿਆਰਿਆਂ ਦੀ ਲਾਜ ਰੱਖੀ ਹੈ, ਮਰ ਚੱਲੇ ਸੀ ਦੋਨੇ। ਇਹ ਮੇਰੇ ਬਰਨਲ ਪੁੱਤਰ ਪੈਦਾ ਹੋਇਆ ਵਾ, 3 ਪੁਸਤਾਂ ਦੀ ਸਿੱਖੀ ਹੈ। ਮਹਾਰਾਜ ਕਹਿੰਦੇ ਸਾਦੇ, ਹਾਂ ਮਹਾਰਾਜ। ਰੂਪਚੰਦ ਅੱਜ ਤੋਂ ਬਾਅਦ ਲੱਕੜਾਂ ਨਹੀਂ ਕੱਟਣੀਆਂ ਤੁਸੀਂ। 7 ਵਜਨ ਮਹਾਰਾਜ ਕੀ ਕਰੀਏ? ਲੰਗਰ ਚਲਾਓ। ਤੇ ਤੁਹਾਡੇ ਲੰਗਰ ਦੇ ਵਿੱਚ ਸੁੱਕੀਆਂ ਲੱਕੜਾਂ ਤਾਂ ਲੋਕਾਂ ਦੇ ਜਲਦੀਆਂ ਨੇ, ਤੁਹਾਡੇ ਗਿੱਲੀਆਂ ਵੀ ਸੜਨਗੀਆਂ, ਗਿੰਨੀਆਂ ਵੀ ਜਲਣਗੀਆਂ। ਲੰਗਰ ਚਲਾਓ। ਇਹਨਾਂ ਦੇ ਨਾਂ ਤੇ ਪਿੰਡ ਵਸਿਆ ਰੂਪਾ, ਇਤਿਹਾਸਕ ਪਿੰਡ ਹੈ। ਉੱਥੋਂ ਆ ਕੇ ਫਿਰ ਮਲੇਰਕੋਟਲੇ ਦੇ ਕੋਲ ਭਾਈ ਕੀਆਂ ਬਾਗੜੀਆਂ ਪਿੰਡ ਹੈ। ਸਾਰੇ ਰਾਜੇ ਇਹਨਾਂ ਨੂੰ ਮੰਨਦੇ ਰਹੇ, ਜਿਵੇਂ ਪ੍ਰੋਹਤ ਨੂੰ ਮੰਨਦੇ ਹੁੰਦੇ, ਰਾਜਗੁਰੂ ਮੰਨਦੇ। ਇੱਕ ਇਹਨਾਂ ਦਾ ਸਥਾਨ ਰਿਹਾ ਭਾਈ ਕੀ ਬਾਗੜੀਆਂ। ਅੱਜ ਵੀ ਉਹ ਅਸਥਾਨ ਤੇ ਜਾ ਕੇ ਦੇਖਿਆ ਜਾ ਸਕਦਾ ਹੈ। ਉਸ ਅਸਥਾਨ ਅੱਜ ਹਿੰਦੁਸਤਾਨ 'ਚ ਇੱਕੋ ਹੀ ਐਸੀ ਜਗ੍ਹਾ ਵੀ ਇੱਥੇ ਗਿੱਲੀਆਂ ਲੱਕੜਾਂ ਲੈ ਕੇ ਆਓ ਤੇ ਲਟ ਲਟ ਕਰਕੇ ਮੱਚ ਜਾਂਦੀਆਂ। ਦੇਖਿਆ ਗਿਆ, ਇਹ ਨਹੀਂ ਕੋਈ ਗੱਲ। ਉੱਥੇ ਕੋਈ ਵੀ ਜਾ ਕੇ ਦੇਖ ਸਕਦਾ ਹੈ। ਲੰਗਰ ਚਲਾਏ, ਅੱਜ ਤੱਕ ਲੰਗਰ ਚੱਲਦਾ ਹੈ। ਜਿਹੜਾ ਉਸ ਵੇਲੇ ਲੰਗਰ ਦੀ ਪ੍ਰਥਾ ਸੀ ਤੇ ਇਹਨਾਂ ਦੇ ਲੰਗਰ ਦੇ ਵਿੱਚ ਲੂਣ ਤੇ ਹਲਦੀ ਤੋਂ ਬਿਨਾਂ ਕੋਈ ਚੀਜ਼ ਹੋਰ ਪਾਈ ਨਹੀਂ ਜਾਂਦੀ। 2 ਜਗ੍ਹਾ ਲੂਣ ਤੇ ਹਲਦੀ ਵਾਲਾ ਲੰਗਰ ਹੈ। ਇੱਕ ਹਜੂਰ ਸਾਹਿਬ ਜਿਹਾ ਜਿਹਾ 6 ਮਹੀਨੇ ਸਾਲ ਉੱਥੇ ਗੁਰੂ ਗੋਬਿੰਦ ਸਿੰਘ ਜੀ ਛਕਦੇ ਰਹੇ। ਇੱਕ ਭਾਈ ਕੀਆ ਬਾਗੜ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਛਕਦੇ ਰਹੇ। ਉਹ ਲੰਗਰ ਦੇ ਇਹ ਮੰਨੇ ਪਰਿਵਾਰ ਹੈ ਸਾਧਾਰ, ਪਰਿਵਾਰ ਦਾ ਸੁਧਾਰ ਕਰ ਲੈਂਦੇ ਹੈ। ਤੇ ਇਸ ਪ੍ਰਕਾਰੇ ਮੰਨਣ ਵਾਲਿਆਂ ਦੀ ਮਹਾਰਾਜ ਸਾਹਿਬ ਜੀ ਕਹਿੰਦੇ ਮੰਨੇ ਮੰਨਣ ਕਰਨ ਵਾਲੇ ਜਿਹੜੇ ਪ੍ਰਤੱਖ ਪਰਿਵਾਰ, ਪਤਨੀ ਹੋਵੇ, ਪੁੱਤਰ ਹੋਵੇ, ਧੀਆਂ ਹੋਣ, ਸਹਿਤ ਆਸਰੇ ਦੇ, ਗੁਰਸਿੱਖੀ ਦੇ ਆਸਰੇ ਸਹਿਤ ਕਰ ਦਿੰਦੇ ਹੈ।
ਜਿਵੇਂ ਭਾਈ ਸਾਦੇ ਨੇ, ਭਾਈ ਰੂਪ ਚੰਦ ਨੇ ਸਿੱਖੀ ਕਮਾਈ, ਉਹ ਪ੍ਰਭੂ ਦਾ ਨਾਮ ਮੰਨਣ ਵਾਲੇ ਜਿਹੜੇ ਨੇ ਗੁਰਮੁਖ, ਉਹ ਪਰਿਵਾਰ 10 ਇੰਦਰੀਆਂ, ਇਹ ਆਪਣਾ ਪਰਿਵਾਰ ਅੰਤਰੀਵ ਸਮਝੋ, ਇਹਦੇ ਇੰਦਰੀਆਂ ਦੇ ਸਹਿਤ ਹੀ ਸੁਧਾਰ ਕਰ ਲੈਂਦੇ ਨੇ। ਇੰਦਰੀਆਂ ਵਿਸ਼ੇ ਪ੍ਰੈਣ ਨਹੀਂ ਹੁੰਦੀਆਂ, ਨਾਮ ਦੇ ਆਸਰੇ ਕਰ ਲੈਂਦੇ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਇਸ ਪ੍ਰਕਾਰ ਕਰਕੇ ਫਿਰ ਉਹ ਮੰਨਣ ਕਰਨ ਵਾਲੇ ਗੁਰਮੁਖ ਪਰਿਵਾਰ ਹੈ, ਆਪਣੇ ਮਨ ਦੀਆਂ ਬਿਰਤੀਆਂ ਰੂਪ ਪਰਿਵਾਰ ਦਾ ਸੁਧਾਰ ਕਰ ਲੈਂਦੇ ਨੇ। 5 ਬਿਰਤੀਆਂ ਨੂੰ ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲਪ, ਇਹ ਬਿਰਤੀਆਂ ਦਾ ਵੀ ਪਰਿਵਾਰ ਹੈ। ਗੁਰਮੁਖ ਇਹਨਾਂ ਦਾ ਸੁਧਾਰ ਕਰ ਲੈਂਦੇ। ਉਹ ਪ੍ਰਭੂ ਦੇ ਨਾਮ ਨੂੰ ਮੰਨਣ ਕਰਕੇ ਉਹ ਬ੍ਰਹਮ ਬੇਤੇ ਜੰਮਣ ਮਰਨਤ, ਦੇਹ ਅਧਿਆਸ, ਵਿਸ਼ੇ ਵਿਕਾਰਾਂ ਆਦਿ ਕਾਮਨਾ ਦਾ ਜਿਹੜਾ ਪਰਿਵਾਰ ਹੈ ਨਾ, ਇਸ ਤੋਂ ਪਰੇ ਹੋ ਜਾਂਦੇ ਨੇ। ਇਹ ਜਿਹੜੀਆਂ ਮਨ ਦੀਆਂ 5 ਬਿਰਤੀਆਂ ਨੇ, ਸੰਖੇਪ ਨਾਲ ਐਸਾ ਜਿਵੇਂ ਨਾ ਸੁਣੇ, ਪ੍ਰਮਾਣ ਬਿਰਤੀ ਜਿਹੜੀ ਹੈ ਦਿਸ ਵਾਲੀਆਂ ਵਸਤਾਂ ਦੇ ਵਿੱਚ ਮਨ ਦਾ ਪਰਚ ਜਾਣਾ, ਇਹਦੀ ਨਿਵਰਤੀ ਕਿਵੇਂ ਹੁੰਦੀ ਹੈ? ਦ੍ਰਿਸ਼ਟੋ ਕਛ ਸੰਗ ਨਾ ਜਾਏ, ਇਹ ਨਾਲ ਨਹੀਂ ਜਾਣ ਵਾਲਾ, ਮਾਨ ਤਿਆਗ ਮੋਹਾ, ਇਹਦੀ ਨਿਵਰਤੀ ਹੈ। ਵਿਪਰਜੈ ਬਿਰਤੀ, ਵੇਦ ਸ਼ਾਸਤਰ ਤੇ ਗੁਰੂ ਦੀ ਆਗਿਆ ਤੋਂ ਉਲਟ ਬ੍ਰਹਮ ਨੂੰ ਅਸਤ ਤੇ ਜਗਤ ਨੂੰ ਸਤ ਸਮਝਣਾ, ਇਹ ਵਿਪਰਜੈ ਬਿਰਤੀ ਕਹਿੰਦੇ ਨੇ। ਇਹਦੀ ਨਿਵਰਤੀ ਕੀ ਹੈ? ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਹੇ ਵਿਚਾਰ, ਇਹ ਨਿਵਰਤੀ ਹੈ ਇਹਦੀ। ਗੁਰਬਾਣੀ ਚ ਲਿਖਿਆ ਵੀ ਐ ਨਿਵਰਤੀ ਹੋਊਗੀ ਇਹਨਾਂ ਦੇ 5 ਜਿਹੜੀਆਂ ਬਿਰਤੀਆਂ। ਨਿੰਦਰਾ, ਜਾਗਰਤ ਸੁਪਨ ਦਾ ਅਭਾਵ, ਨਾ ਜਾਗਰਤ ਹੈ ਨਾ ਸੁਪਨਾ ਆ ਰਿਹਾ, ਗੂੜੀ ਨੀਂਦ, ਇਹਨੂੰ ਅਵਿਦਿਆ ਵਿੱਚ ਮਨ ਲੀਨ ਹੋਇਆ, ਇਹ ਪ੍ਰਤੱਖ ਨੀਂਦ ਸੁਖੋਪਤੀ ਅਵਸਥਾ ਹੈ। ਇਹਦੀ ਨਿਵਰਤੀ ਕਿਵੇਂ ਹੁੰਦੀ ਹੈ? ਰਾਮ ਪਿਆਰੇ ਸਦਾ ਜਾਗਹਿ, ਨਾਮ ਸਿਮਰਹਿ ਅਨਦਿਨੋ। ਵਿਕਲਪ ਬਿਰਤੀ, ਇਕਾਗਰ ਨਾ ਹੋਣਾ, ਬਹੁਤੀ ਫਲ ਦੀ ਇੱਛਾ ਰੱਖਣੀ, ਇਹਦੀ ਨਿਵਰਤੀ ਕੀ ਹੈ? ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਿਮਰਤੀ, ਭਜਨ ਵੇਲੇ, ਸਿਮਰਨ ਕਰਨ ਵੇਲੇ ਪਿਛਲੇ ਕੰਮਾਂ ਕਾਰਾਂ, ਪਿਛਲੀਆਂ ਗੱਲਾਂ ਯਾਦ ਆਈ ਜਾਣੀਆਂ। ਤੇ ਇਹਦੀ ਨਿਵਰਤੀ ਕਿਵੇਂ ਹੈ? ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਣੀ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਇਸ ਪ੍ਰਕਾਰ ਉਹ ਬਿਰਤੀਆਂ ਨੂੰ ਪਰਿਵਾਰ ਦੇ ਵੀ ਕਲਿਆਣ ਕਰਕੇ ਮੰਨਣ ਵਾਲੇ ਤਰ ਜਾਂਦੇ ਹਨ। ਮੰਨੈ ਤਰੈ ਤਾਰੇ ਗੁਰ ਸਿੱਖ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਜਿਹੜਾ ਤਾਂ ਗੁਰੂ ਹੈ ਉਹ ਤਾਂ ਆਪ ਤਰਿਆ ਹੀ ਹੈ, ਤੇ ਗੁਰੂ ਆਪ ਤਰਿਆ ਹੋਇਆ ਹੈ, ਤੇ ਜਿਹੜੇ ਸਿੱਖ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਤਰੇ ਹੋਏ ਗੁਰਸਿੱਖਾਂ ਨੂੰ ਤਾਰ ਲੈਂਦੇ ਆ। ਤਾਰੇ, ਸੰਸਾਰ ਸਮੁੰਦਰ ਡੁੱਬਣ ਨਹੀਂ ਦਿੰਦੇ। ਐਸੇ ਗੁਰ ਕੋ ਬਲ ਬਲ ਜਾਈਏ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਾ ਮੰਨਿਆ ਸੰਗਤ ਉਦਰੇ, ਜਿਨ ਹਿਰਦੇ ਵਸਾਇਆ। ਉਹ ਗੁਰਸਿੱਖ ਆਪ ਤਰਦੇ ਆ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਗੁਰੂ ਦੇ ਪਿਆਰਿਆਂ ਦੀ ਇਹ ਅਵਸਥਾ ਕਥਨ ਕੀਤੀ ਹੈ ਕਿ ਆਪ ਵੀ ਤਰਦੇ ਆ, ਹੋਰਾਂ ਨੂੰ ਵੀ ਤਾਰ ਲੈਂਦੇ ਹਨ। ਤੇ ਸਤਿਗੁਰੂ ਜਿਹੜੇ ਪਖੰਡ ਕਰਨ ਵਾਲੇ ਨੇ, ਆਪ ਡੁੱਬੇ ਚੌਵੇਦ ਮੇਂ ਚੇਲੇ ਦੀਏ ਬਹਾਏ, ਉਹ ਆਪ ਵੀ ਮਰਦੇ ਆ, ਚੇਲਿਆਂ ਨੂੰ ਵੀ ਮਾਰ ਲੈਂਦੇ ਆ। ਜਦੋਂ ਲਧਾਈ ਕੇ ਉਹ ਸੱਪ ਦਾ ਆਧਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ, ਪਿੱਛੇ ਸਾਖੀ ਸੁਣੀ ਸੀ। ਤੇ ਇਸ ਪ੍ਰਕਾਰ ਫਿਰ ਜਾਂ ਫਿਰ ਇਹ ਹੈ ਮੰਨਣ ਜਿਹੜਾ ਗੁਰਮੁਖ ਜਨ ਕਰਦੇ ਹੈ, ਉਹ ਆਪ ਵੀ ਤਰਦੇ ਨੇ ਤੇ ਹੋਰਨਾਂ ਗੁਰਸਿੱਖਾਂ ਨੂੰ ਵੀ ਤਾਰ ਲੈਂਦੇ ਆ। ਇਸ ਕਰਕੇ ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਆਪ ਤਰੇ ਗੁਰਸਿੱਖ ਤਰੇ ਹੀ। ਆਪ ਤਰਦਾ ਤੇ ਗੁਰਸਿੱਖ ਹੋਰਾਂ ਨੂੰ ਵੀ ਤਾਰਦਾ, ਪਰਉਪਕਾਰ ਕਰਦਾ। ਇਹ ਨਹੀਂ ਹੈ ਵੀ ਮੈਨੂੰ ਹੁਣ ਬ੍ਰਹਮ ਗਿਆਨ ਹੋ ਗਿਆ, ਮੈਨੂੰ ਕੀ ਲੋੜ ਹੈ ਕੋਈ ਨਾਮ ਜਪੇ ਨਾ ਜਪੇ। ਨਹੀਂ, ਆਪ ਜਪੈ ਅਵਰੈ ਨਾਮ ਜਪਾਵੇ। ਤੋ ਇਤਿਹਾਸ ਦੇ ਵਿੱਚ ਗੁਰਸਿੱਖਾਂ ਦੇ ਵੀ ਐਸੇ ਪ੍ਰਸੰਗ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਸੁਣੇ, ਭਾਈ ਵਿਧੀ ਚੰਦ ਦਾ ਨਾਮ ਤਾਂ ਆਪ ਜੀ ਨੇ ਸੁਣਿਆ ਹੋਵੇਗਾ ਸਾਰਿਆਂ ਨੇ, ਪ੍ਰਸਿੱਧ ਹੈ। ਦਲ ਪੰਥ ਦੇ ਨਾਂ ਦਾ ਚੱਲ ਰਿਹਾ ਹੈ ਅੱਜ ਨਿਹੰਗ ਸਿੰਘ ਸੰਪਰਦਾ ਦੇ ਵਿੱਚ। ਇਹਨਾਂ ਦੇ ਵੱਡੇ ਭਾਈ ਵਿਧੀ ਚੰਦ, ਇਹਦਾ ਪਹਿਲਾ ਜੀਵਨ ਕੋਈ ਬਹੁਤਾ ਚੰਗਾ ਨਹੀਂ ਸੀ, ਨਿਰਮਲ ਨਹੀਂ ਸੀ। ਚੋਰੀ ਕਰਨ ਦੀ ਆਦਤ ਸੀ,
ਤੇ ਇਸ ਕਰਕੇ ਇੱਕ ਦਿਨ ਇਹਨੇ ਕੀ ਕਰਿਆ, ਸਰਹਾਲੀ ਪਿੰਡ ਦੇ ਵਿੱਚ ਮੱਝਾਂ ਚੋਰੀ ਕਰ ਲਈ ਤੇ ਮੱਝਾਂ ਚੋਰੀ ਕਰਕੇ ਇਹ ਚੱਲ ਪਿਆ ਤੇ ਪਿੱਛੇ ਲੋਕਾਂ 'ਚ ਲਲਾ ਲਾ ਹੋ ਗਈ, ਕਿਉਂਕਿ ਮੱਝਾਂ ਜਦੋਂ ਇੱਕ ਅੱਧੀ ਮੱਝ ਹੁੰਦੀ ਤਾਂ ਵੀ ਉਹ ਜਦੋਂ ਮੱਝਾਂ ਚੋਰੀ ਕਰਕੇ ਪਿੱਛੇ ਲਲਾ ਹੋ ਗਈ ਤੇ ਪਿੰਡ ਉੱਠ ਖੜਿਆ। ਇਹ ਜਾਨ ਬਚਾਉਣ ਵਾਸਤੇ ਜਦੋਂ ਇਹਨੇ ਦੇਖਿਆ ਵੀ ਪਿੱਛੇ ਤਾਂ ਲੋਕ ਆ ਗਏ, ਚੋਲਾ ਸਾਹਿਬ ਦੇ ਨਜ਼ਦੀਕ ਹੀ ਇੱਕ ਛੱਪੜ ਸੀ, ਉਹ ਮੱਝਾਂ ਤਾਂ ਬਾੜਤੀਆਂ ਉਹਦੇ ਵਿੱਚ। ਉੱਥੇ ਇੱਕ ਭਾਈ ਅਦਲੀ ਨਾਮ ਦਾ ਸਿੱਖ, ਬੜੀ ਗੁਰੂ ਦੀ ਬਖਸ਼ਿਸ਼ ਸੀ, ਬੜੀ ਉੱਚੀ ਅਵਸਥਾ ਵਾਲਾ ਗੁਰੂ ਦਾ ਸਿੱਖ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਇਲਾਕੇ 'ਚ ਪ੍ਰਚਾਰ ਕਰਨ ਵਾਸਤੇ ਵੀ ਹੁਣ ਤੂੰ ਆਪ ਤਾਂ ਤਰਿਆ, ਹੋਰਾਂ ਨੂੰ ਵੀ ਤਾਰ। ਇਹ ਨੱਠ ਕੇ ਜਾ ਕੇ ਭਾਈ ਅਦਲੀ ਦੇ ਚਰਨ ਫੜ ਲਏ ਵਿਧੀ ਚੰਦ। ਕਹਿੰਦਾ ਬਾਬਾ ਜੀ ਮੈਨੂੰ ਬਚਾ ਲਓ। ਕਹਿੰਦੇ ਕੌਣ ਆ ਤੂੰ? ਕਹਿੰਦਾ ਜੀ ਸੱਚੀ ਗੱਲ ਹੈ, ਚੋਰ ਆ, ਪਰ ਸ਼ਰਨ ਆਇਆ ਥੋੜੀ। ਮਾਰੇ ਕਹਿੰਦੇ ਭਾਈ ਵੀ ਜੇ ਅਸੀਂ ਬਾਬਾ ਜੀ ਕਹਿੰਦੇ ਚੋਰਾਂ ਦੀ ਇਕਣ ਕਰਨ ਲੱਗੇ ਫਿਰ ਸਮਾਜ ਦੇ ਵਿੱਚ ਤਾਂ ਕੰਮ ਵਿਗੜਦਾ ਇਹ। ਤੂੰ ਇੱਕ ਗੱਲ ਕਰ ਲੈ, ਜੇ ਤੂੰ ਪਰਨ ਕਰੇ ਵੀ ਅੱਜ ਤੋਂ ਚੋਰੀ ਨਹੀਂ ਕਰੇਗਾ, ਕਹਿੰਦੇ ਤੈਨੂੰ ਬਚਾ ਲੈਣੇ ਆ, ਨਹੀਂ ਤਾਂ ਤੇਰੀ ਜਾਨ ਜਾਊਗੀ। ਕੋਈ ਆ ਕੇ ਪਿੰਡ ਵਾਲੇ ਤੋਂ ਕਹਿੰਦਾ ਬਾਬਾ ਜੀ ਮੈਂ ਬਚਨ ਦੇਣਾ, ਅੱਜ ਤੋਂ ਬਾਅਦ ਚੋਰੀ ਨਹੀਂ ਕਰੂੰ। ਕਹਿੰਦੇ ਬਹਿ ਜਾ। ਫਿਰ ਕੀਰਤਨ ਹੋ ਰਿਹਾ, ਸੰਗਤ ਬੈਠੀ ਹੈ, ਇਹਨਾਂ ਨੂੰ ਆ ਕੇ ਪਿੰਡ ਵਾਲੇ ਇਲਾਕੇ ਦੇ ਵਿੱਚ ਮਸ਼ਹੂਰ ਸੀ, ਉਹ ਆ ਕੇ ਭਾਈ ਅਦਲੀ ਨੂੰ ਪੁੱਛਦੇ ਬਾਬਾ ਜੀ ਸਾਡੀਆਂ ਮੱਝਾਂ ਚੋਰੀ ਕਰਕੇ ਚੋਰ ਲਿਆਇਆ ਹੈ, ਤੁਸੀਂ ਦੇਖਿਆ? ਹੁਣ ਨਾ ਤਾਂ ਕਹਿ ਸਕਦੇ ਨੇ ਵੀ ਨਹੀਂ ਦੇਖਿਆ, ਵਿੱਚ ਤਾਂ ਬੈਠਾ ਉਹ। ਕਹਿੰਦੇ ਭਾਈ ਆ ਸਾਰੀ ਬੈਠੀ ਆ ਸੰਗਤ, ਸਾਡੀ ਤਾਂ ਦ੍ਰਿਸ਼ਟੀ ਦੇ ਵਿੱਚ ਨਾ ਸਾਧ ਚੋਰ ਸਭ ਬ੍ਰਹਮ ਪਛਾਨੋ। ਮੈਂ ਤਾਂ ਸਾਧਾਂ ਦੇ ਵਿੱਚ ਵੀ ਉਹੀ ਦੇਖਦਾ, ਚੋਰਾਂ 'ਚ ਉਹੀ ਰਹੇ। ਮੈਨੂੰ ਤਾਂ ਬਰਮੇ ਦਿਸਦਾ, ਤੁਹਾਨੂੰ ਚੋਰ ਦਿਸਦਾ, ਫੜ ਲਓ। ਉਹ ਸਿਆਣ ਨਹੀਂ ਸਕੇ, ਗੁਰੂ ਦੀ ਇਹੋ ਜਿਹੀ ਕਲਾ ਵਿਚਾਰਤੀ, ਉਹਨਾਂ ਨੂੰ ਚਿਹਰਾ ਹੀ ਹੋਰ ਤਰ੍ਹਾਂ ਦਾ ਦੱਸਣ ਲੱਗਿਆ ਭਾਈ ਸਾਹਿਬ ਦਾ। ਬਚਾਅ ਹੋ ਗਿਆ। ਕਹਿੰਦੇ ਜੀ ਮੱਝਾਂ ਸੇ, ਕਹਿੰਦੇ ਆ ਛੱਪੜ 'ਚ ਬੜੀਆਂ ਨੇ ਮੱਝਾਂ, ਜੇ ਤੁਹਾਡੀਆਂ ਨੇ ਤਾਂ ਤੁਸੀਂ ਸਿਆਣ ਲਓ। ਉਹ ਛੱਪੜ 'ਚ ਜਾ ਕੇ ਮੱਝਾਂ ਦੇਖੀਆਂ, ਮੱਝਾਂ ਦੇ ਸਿੰਗ, ਮੱਝਾਂ ਦੇ ਰੰਗ, ਸਾਰਾ ਕੁਝ ਬਦਲ ਗਿਆ। ਉਹ ਮੱਝਾਂ ਹੀ ਨਹੀਂ ਸਿਆਣ ਸਕੇ। ਕਹਿੰਦੇ ਨਹੀਂ ਜੀ ਉਹ ਤਾਂ ਕਿਸੇ ਹੋਰ ਪਾਸੇ ਨਿਕਲ ਗਿਆ, ਇਹ ਤਾਂ ਮੱਝਾਂ ਵੀ ਨਹੀਂ ਹੈ ਸਾਡੀਆਂ, ਚੋਰ ਵੀ ਨਹੀਂ ਹੈ ਇੱਥੇ। ਜਾਣ ਤੋਂ ਬਾਅਦ ਚਰਨ ਫੜ ਕੇ ਕਹਿਣ ਲੱਗਾ ਗੁਰੂ ਕੇ ਸਿੱਖਾ ਤੂੰ ਮੇਰੀ ਜਾਨ ਬਚਾਈ ਹੈ, ਵੀ ਮੈਂ ਆਪਣੇ ਪਰਮ 'ਚ ਪੂਰਾ ਰਹੂੰਗਾ, ਹੁਣ ਤੂੰ ਮੈਨੂੰ ਆਪਣਾ ਸ਼ਿਸ਼ ਬਣਾ ਲੈ। ਉਹ ਕਹਿੰਦੇ ਮੈਂ ਤਾਂ ਆਪ ਸ਼ੇਸ਼ ਹਾਂ, ਮੈਂ ਨਹੀਂ ਜਾਨ ਬਚਾਈ। ਕਹਿੰਦੇ ਕਿਹਨੇ ਬਚਾਈ ਹੈ? ਕਹਿੰਦੇ ਗੁਰੂ ਅਰਜਨ ਦੇਵ ਜੀ ਨੇ। ਕਹਿੰਦੇ ਜੀ ਮੈਨੂੰ ਉੱਥੇ ਲੈ ਚਲੋ। ਫਿਰ ਇਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਜਾ ਕੇ ਇਹਨੇ ਸਿੱਖੀ ਧਾਰਨ ਕੀਤੀ। ਸਿੱਖੀ ਧਾਰਨ ਕਰਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਤਾਂ ਚਾਰੇ ਜੰਗਾਂ ਦੇ ਵਿੱਚ ਹਾਜ਼ਰ ਸੀ। ਘੋੜੇ ਲੈ ਕੇ ਆਇਆ ਸੀ। ਜਦੋਂ ਮਹਾਰਾਜ ਨੇ ਕਿਹਾ ਸੀ ਵਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ तो मेरा ਹਿਰਦਾ ਹੈ। ਯੂਪੀ ਦੀ ਸੰਗਤ ਆਈ। ਯੂਪੀ ਦੀ ਸੰਗਤ ਨੇ ਆ ਕੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ, ਗਰੀਬ ਨਵਾਜ਼ ਆਪ ਕਿਰਪਾ ਕਰੋ, ਸਾਡੇ ਇਲਾਕੇ 'ਚ ਚਰਨ ਪਾਓ। ਮਹਾਰਾਜ ਕਹਿੰਦੇ ਭਾਈ ਮੈਂ ਤਾਂ ਨਹੀਂ ਹੁਣ ਜਾ ਸਕਦਾ, ਜੰਗਾਂ 'ਚ ਉਹਨਾਂ ਬਿਲਕੀਤ ਪ੍ਰਸਾਦ ਆ ਕੇ ਨਿਵਾਸ ਕੀਤਾ। ਕਹਿੰਦੇ ਆ ਵਿਧੀ ਚੰਦ ਮੇਰਾ ਰੂਪ ਹੀ ਹੈ। ਐਂ ਕਿਹਾ ਮਹਾਰਾਜ ਨੇ, ਵਿਧੀ ਚੰਦ ਮੇਰਾ ਰੂਪ ਹੈ। ਕਹਿੰਦੇ ਇਹਨੂੰ ਭੇਜ ਦਿੰਦੇ ਆ, ਇਹਦੇ ਦਰਸ਼ਨਾਂ ਤੋਂ ਲਾਭ ਉਠਾ ਲਓ। ਕਹਿੰਦੇ ਮਹਾਰਾਜ ਇਹਨੂੰ ਭੇਜ ਦਿਓ, ਸੰਗਤ ਸ਼ਰਧਾ ਵਾਲੀ ਸੀ। ਕਹਿੰਦੇ ਜਾਓ ਭਾਈ। ਇਹ ਸਾਧ ਸੰਗਤ ਯੂਪੀ ਦੇ ਵਿੱਚ ਪਹੁੰਚਿਆ। ਅਯੁੱਧਿਆ ਤੋਂ 18 ਕੋਹਾਂ ਦੇ ਉੱਤੇ ਦੱਖਣ ਤੇ ਪੂਰਬ ਵਾਲੇ ਪਾਸੇ ਗੋਮਤੀ ਨਦੀ ਦੇ ਕਿਨਾਰੇ ਤੇ ਇਹ ਦਿਓ ਨਗਰ ਹੈ, ਉੱਥੇ ਪਹੁੰਚ ਗਿਆ। ਉੱਥੇ ਦੀ ਸੰਗਤ ਸੀ, ਸੁੱਕਾ ਪਿੱਪਲ ਸੀ, ਉਹਦੇ ਹੇਠਾਂ ਬੈਠਾ ਤੇ ਬੈਠਣ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਪਿੱਪਲ ਹਰਾ ਹੋ ਗਿਆ। ਲੋਕਾਂ ਦੇ ਵਿੱਚ ਪੂਜਾ ਮੰਨਤਾ ਹੋ ਗਈ। ਸਿੱਖ ਦੀ ਪੈਦ ਰੱਖਣ ਵਾਸਤੇ ਵੀ ਲੋਕ ਸਿੱਖ ਦੀ ਤਾਂ ਹੀ ਗੱਲ ਸੁਣਨਗੇ। ਗੁਰੂ ਨੇ ਕਲਾ ਵਰਤਾ ਦਿੱਤੀ, ਬਰਕਤਾਂ ਸੀ ਭਾਈ ਵਿਧੀ ਚੰਦ ਦੇ ਵਿੱਚ, ਗੁਰੂ ਦਾ ਸਰੂਪ ਹੋਇਆ ਵਾ। ਤੇ ਫਿਰ ਇੱਕ ਉੱਥੇ ਸੁੰਦਰ ਸ਼ਾਹ ਰਹਿੰਦਾ ਸੀ ਫਕੀਰ। ਸੁੰਦਰ ਸ਼ਾਹ ਨੂੰ ਪਤਾ ਲੱਗਿਆ, ਉਹਨੇ ਕਿਹਾ ਵੀ ਮੇਰੀ ਤਾਂ ਮੰਨਤਾ ਹੀ ਨਹੀਂ ਲੋਕਾਂ ਨੇ ਕਰਨੀ, ਇਹਨੂੰ ਸਿੱਖ ਨੂੰ ਭਜਾ ਦਿਆਂ ਇੱਥੋਂ। ਉਹਦੇ ਚ ਰਿੱਧੀਆਂ ਸਿੱਧੀਆਂ ਸੀ। ਸ਼ੇਰ ਫੜਿਆ, ਸ਼ੇਰ ਦੇ ਬੱਬਰ ਸ਼ੇਰ ਦੇ ਉੱਤੇ ਬੈਠ ਕੇ ਵਿਧੀ ਚੰਦ ਨੂੰ ਡਰਾਉਣ ਵਾਸਤੇ ਚੱਲ ਪਿਆ ਜਿੱਥੇ ਉਹ ਬੈਠੇ ਸੀ। ਸੰਗਤਾਂ ਕੋਲ ਬੈਠੀਆਂ, ਕਹਿੰਦੇ ਬਾਬਾ ਜੀ ਸ਼ੇਰ ਆ ਗਿਆ, ਸ਼ੇਰ ਆ ਗਿਆ। ਲੋਕ ਤਾਂ ਭੱਜ ਕੇ ਡਰਦੇ ਮਾਰੇ, ਜਿਹੜੇ ਪੱਕੇ ਸੀ ਬੈਠੇ ਰਹੇ। ਜਦੋਂ ਸ਼ੇਰ ਬਿਲਕੁਲ ਨੇੜੇ ਆ ਗਿਆ, ਅੱਖਾਂ 'ਚ ਆਪ ਆ ਕੇ ਅੱਖਾਂ ਸ਼ੇਰ ਦੇ ਘੂਰ ਕੇ ਜਦੋਂ ਦੇਖੇ, ਕਹਿੰਦੇ ਖੜ ਜਾ ਇੱਥੇ। ਸ਼ੇਰ ਉੱਥੇ ਖੜ ਗਿਆ, ਬੁੱਤ ਬਣ ਗਿਆ। ਉਹ ਬਥੇਰਾ ਹਲਾਵੇ, ਸ਼ੇਰ ਨੂੰ ਹਿੱਲੇ ਹੀ ਨਾ, ਜਿਵੇਂ ਪੱਥਰ ਦੀ
ਸ਼ੇਰ ਦੀ ਮੂਰਤੀ ਤੇ ਬੈਠਾ ਹੁੰਦਾ, ਐ ਬੈਠਿਆ, ਰਿੱਧੀਆਂ ਸਿੱਧੀਆਂ ਫੇਲ ਹੋ ਗਈਆਂ। ਉੱਥੋਂ ਆ ਕੇ ਭਾਈ ਵਿਧੀ ਚੰਦ ਦੇ ਚਰਨਾਂ 'ਚ ਪਏਗਾ, ਕਹਿੰਦਾ ਜੀ ਮੈਨੂੰ ਬਖਸ਼ ਦਿਓ। ਕਹਿੰਦੇ ਅੱਗੇ ਤੋਂ ਕਰਾਮਾਤ ਨਾ ਦਿਖਾਈ, ਇਹ ਕਰਾਮਾਤਾਂ ਪੂਜਾ ਕਰਾਉਣ ਵਾਸਤੇ ਦਿਖਾਉਣਾ ਹੈ। ਕਹਿੰਦਾ ਮਹਾਰਾਜ ਵੀ ਮੈਂ ਅੱਗੇ ਤੋਂ ਨਹੀਂ ਦਿਖਾਊਂਗਾ, ਪਰ ਤੁਸੀਂ ਕਿਰਪਾ ਕਰੋ ਮੇਰੇ ਸ਼ੇਰ ਦੀ ਕਲਿਆਣ ਕਰ ਦਿਓ। ਉਹਦਾ ਮਤਲਬ ਸੀ ਵੀ ਸ਼ੇਰ ਜਿਹੜਾ ਨਾ ਬੁੱਤ ਬਣਿਆ ਖੜਾ ਹੈ। ਕਹਿੰਦੇ ਲਿਆ ਤੇਰੇ ਸ਼ੇਰ ਦੀ ਵੀ ਕਲਿਆਣ ਕਰ ਦਿੰਦੇ ਆ। ਜਲ ਦਾ ਛਿੱਟਾ ਮਾਰ ਕੇ ਸਤਨਾਮ ਵਾਹਿਗੁਰੂ ਐਂ ਕਹਿਣ ਦੀ ਦੇਰ ਸੀ, ਸ਼ੇਰ ਉਸੇ ਵੇਲੇ ਪ੍ਰਾਣ ਤਿਆਗ ਗਿਆ। ਕਹਿੰਦੇ ਬਾਬਾ ਜੀ ਤਾਂ ਮਾਰ ਹੀ ਦਿੱਤਾ। ਕਹਿੰਦੇ ਤੈਂ ਹੀ ਕਿਹਾ ਸੀ ਵੀ ਕਲਿਆਣ ਕਰਦੇ, ਕਲਿਆਣ ਤਾਂ ਨਾਮ ਨਾਲੇ ਹੁੰਦੀ ਹੈ। ਸ਼ੇਰ ਨੇ ਨਾਮ ਸੁਣ ਲਿਆ ਤੇ ਤੈਂ ਮੰਨਣ ਦੇ ਵਿੱਚ ਲਾਇਆ ਹੁੰਦਾ, ਇਸ ਕਰਕੇ ਤੁਹਾਡੀ ਹੁਣ ਕਲਿਆਣ ਦੋਨਾਂ ਦੀ। ਮੰਨੈ ਤਰੈ ਤਾਰੇ ਗੁਰਸਿੱਖ। ਤੇ ਭਾਈ ਕਿੱਥੇ ਚੋਰੀਆਂ ਦਾ ਜੀਵਨ ਤੇ ਕਿੱਥੇ ਅੱਜ ਇੱਕ ਸਾਧੂਆਂ ਵਾਲਾ ਜੀਵਨ ਤੇ ਸੂਰਮਿਆਂ ਵਾਲਾ ਜੀਵਨ ਗੁਰੂ ਦਾ ਸੀਨਾ ਬਣ ਗਿਆ, ਨਾਮ ਦੇ ਮੰਨਣ ਕਰਕੇ ਹੋਇਆ ਨਾ। ਤੇ ਫਿਰ ਪਰਿਵਾਰ ਦਾ ਸੁਧਾਰ ਕਿਵੇਂ ਕੀਤਾ, ਆਪ ਕਿਵੇਂ ਤਰੇ, ਮੰਨੈ ਤਰੈ ਤਾਰੇ ਗੁਰਸਿੱਖ, ਕਿਵੇਂ ਤਰਦੇ ਨੇ ਗੁਰਸਿੱਖ ਆਪ ਤੇ ਕਿਵੇਂ ਤਾਰਦੇ ਨੇ ਉਹ ਵਿਚਾਰੇ ਨੇ ਪ੍ਰਕਰਨ ਕਟਾਏ। ਤੇ ਉਸ ਵੇਲੇ ਫਿਰ ਭਾਈ ਸਾਹਿਬ ਜੀ ਨੇ ਇੱਕ ਵਾਰੀ ਉੱਥੋਂ ਵਾਪਸ ਮਹਾਰਾਜ ਦੇ ਚਰਨਾਂ 'ਚ ਆਉਣਾ ਸੀ ਤੇ ਸੁੰਦਰ ਸ਼ਾਹ ਕਹਿੰਦਾ ਬਾਬਾ ਜੀ ਇੱਕ ਵਚਨ ਦਿਓ ਵੀ ਮੇਰੇ ਅੰਤ ਵੇਲੇ ਤੁਸੀਂ ਮੇਰੇ ਕੋਲ ਹੋ ਤਾਂ ਕਿ ਮੇਰਾ ਭਲਾ ਹੋ ਜਾਵੇ। ਕਹਿੰਦੇ ਵਾਅਦਾ ਰਿਹਾ ਮੈਂ ਆ ਜਾਊਂਗਾ। ਤੇ ਦੁਬਾਰੇ ਮਹਾਰਾਜ ਸਾਹਿਬ ਨੇ ਕਿਹਾ ਸੀ, ਕਹਿੰਦੇ ਜਾ ਭਾਈ ਤੈਨੂੰ ਯਾਦ ਕਰ ਰਿਹਾ ਉਹਦਾ ਅੰਤ ਵੇਲਾ ਆ ਗਿਆ। ਇਹ ਪਹੁੰਚਿਆ। ਇਹਨਾਂ ਦੋਨਾਂ ਨੇ ਇੱਕੋ ਹੀ ਟਾਈਮ ਤੇ ਭਾਈ ਵਿਧੀ ਚੰਦ ਦਿਓ ਨਗਰ ਦੇ ਅੰਦਰ, ਜਿਹੜਾ ਯੂਪੀ ਦੇ ਅਯੁੱਧਿਆ ਤੋਂ 18 ਕੋਹਾਂ ਤੇ ਗੋਮਤੀ ਨਦੀ ਦੇ ਕਿਨਾਰੇ, ਉੱਥੇ ਹੁਣ ਸੁੰਦਰ ਸ਼ਾਹ ਦੀ ਤਾਂ ਕਬਰ ਬਣੀ ਹੋਈ ਹੈ, ਮੁਸਲਮਾਨ ਸੀ ਉਹ। ਭਾਈ ਸਾਹਿਬ ਜੀ ਦੀ ਉੱਥੇ ਯਾਦਗਾਰ ਬਣੀ ਹੋਈ ਹੈ। ਤੇ ਇਸ ਕਰਕੇ ਫਿਰ ਸਾਰੇ ਪਰਿਵਾਰ ਦਾ ਸੁਧਾਰ ਕਿਵੇਂ ਕਰਤਾ। ਜਦੋਂ ਮਹਾਰਾਜ ਸਾਹਿਬ ਨੂੰ ਪਤਾ ਲੱਗਿਆ ਵੀ ਮੇਰਾ ਸਿੱਖ ਜਿਹੜਾ ਹੈ ਉਹ ਮੇਰੇ ਹੁਕਮ ਮੰਨ ਕੇ ਵਿਧੀ ਚੰਦ ਜੋਤੀ ਜੋਤ ਸਮਾ ਗਿਆ, ਉਹਦੇ ਪੁੱਤਰ ਲਾਲ ਚੰਦ ਨੂੰ ਫਿਰ ਉਹਨਾਂ ਨੇ ਉਹਦੀ ਜਗ੍ਹਾ ਸੁਰ ਸਿੰਘ ਪਿੰਡ ਸਾਧ ਸਿੰਘ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬਖਸ਼ਿਆ ਹੋਇਆ, ਤੇ ਉੱਥੇ ਫਿਰ ਉਹਨਾਂ ਦੀ ਨੰਬਰਵਾਰ ਸੰਤਾਨ ਅੱਜ ਤੱਕ ਰਹਿ ਰਹੀ ਹੈ। ਤੇ ਇਹ ਫਿਰ ਮੰਨੈ ਪਰਿਵਾਰੈ ਸਾਧਾਰ। ਤੇ ਇਸ ਪ੍ਰਕਾਰ ਫਿਰ ਪਰਿਵਾਰ ਦਾ ਵੀ ਸੁਧਾਰ ਇਉਂ ਕਰ ਦਿੰਦੇ ਜਿਵੇਂ ਵਿਧੀ ਚੰਦ ਨੇ ਕਰ ਦਿੱਤਾ। ਮੰਨੈ ਨਾਨਕ ਪਵੈ ਨਾ ਭਿਖ। ਨਾਮ ਦੇ ਮੰਨਣ ਕਰਨ ਵਾਲੇ ਜਿਹੜੇ ਗੁਰਮੁਖ ਹਨ ਉਹ ਸੰਸਾਰ ਵਾਂਗੂ ਗੁਰਸਿੱਖ ਮੰਗਤਾ ਹੋ ਕੇ ਭਿਖਿਆ ਨਹੀਂ ਮੰਗਦਾ ਫਿਰਦਾ। ਭਵੈ ਚੱਕਰ ਕੱਟ ਕੇ ਉਹ ਭਿਖਿਆ ਨਹੀਂ ਮੰਗਦਾ। ਸਿੱਖ ਛਤਰੀਆਂ ਦੀ ਕੌਮ ਹੈ, ਮੰਗ ਨਹੀਂ ਸਕਦੇ। ਛਤਰੀ ਨਹੀਂ ਮੰਗਦਾ ਹੁੰਦਾ ਚਾਹੇ ਪ੍ਰਾਣ ਨਿਕਲ ਜਾਣ। ਗੁਰੂ ਗੋਬਿੰਦ ਸਿੰਘ ਨੇ ਛਤਰੀ ਦੀ ਕੌਮ ਬਣਾਈ। ਇਸ ਕਰਕੇ ਉਹ ਬਾਕੀ ਦੀਆਂ ਲੋਕਾਂ ਦੀ ਤਰ੍ਹਾਂ ਉਹ ਭਿਖਿਆ ਨਹੀਂ ਮੰਗਦੇ ਫਿਰਦੇ, ਦਰ ਦਰ ਤੇ ਠੋਕਰਾਂ ਨਹੀਂ ਖਾਂਦੇ, ਕਿਉਂਕਿ ਨਾਮ ਮੰਨਣ ਕਰ ਲਿਆ। ਜਿਨ੍ਹਾਂ ਨੇ ਨਾਮ ਮੰਨਣ ਕੀਤਾ ਉਹ ਅਨੇਕਾਂ ਸਾਧੂ ਮਤਾਂ ਦੇ ਹੈਗੇ ਜਿਹੜੇ ਮੰਗ ਕੇ ਰੋਟੀ ਖਾਂਦੇ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਹਦੇ 'ਚ ਹੋਰ ਵੀ ਗੁੱਝੇ ਭੇਦ ਰੱਖੇ ਨੇ। ਉਹ ਕਹਿੰਦੇ ਭਿੱਖ ਭੇਖਾਂ ਵਿੱਚ ਭਰਮਣ ਨਹੀਂ ਕਰਦੇ ਫਿਰਦੇ ਵੀ ਕਦੇ ਉਹ ਭੇਖ ਧਾਰਨ ਕਰ ਲਿਆ, ਕਦੇ ਉਹ ਭੇਖ ਧਾਰਨ ਕਰ ਲਿਆ। ਜੋਗੀ ਹੋਵਾਂ ਜਗ ਪਵਾਂ ਘਰ ਘਰ ਭਿਖਿਆ ਲਿਓ, ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ। ਮਾਰੇ ਕਹਿੰਦੇ ਕਿਹਨੂੰ ਲੇਖਾ ਦਿਓਗੇ, ਇੱਕ ਘਰ ਦਾ ਥੋੜੀ ਖਾਦਾ ਮੰਗ ਕੇ। ਇਸ ਕਰਕੇ ਗੁਰਸਿੱਖ ਧਰਮ ਦੀ ਕਿਰਤ ਕਰੇ, ਜਾਂ ਫਿਰ ਭਾਈ ਲੰਗਰ ਦੇ ਵਿੱਚ ਪਵਿੱਤਰ ਅਨਮੰਜੇ ਗੁਰੂ ਦੀ। ਇਹ ਤਾਂ ਗੁਰੂ ਦਾ ਹੈ ਨਾ। ਫਿਰ ਬੱਚੇ ਜਿਵੇਂ ਮਾਤਾ ਪਿਤਾ ਦੀ ਕਮਾਈ ਖਾਂਦੇ ਆ, ਸਿੱਖੀ ਕਮਾਉਣੀ, ਸੇਵਾ ਸਿਮਰਨ ਕਰਨੀ। ਨਾਮ ਦਾ ਮੰਨਣ ਕਰਨ ਵਾਲੇ ਜਿਹੜੇ ਜਿਗਿਆਸੂ ਨੇ ਉਹ ਜੂਨਾਂ ਦੇ ਅੰਦਰ ਭਵੈ ਕੀਏ ਭਰਮਣ ਨਹੀਂ ਕਰਦੇ। ਭਿੱਖ ਭੇ ਜਮਾ ਖਾ। ਭੇ ਭੂ ਨੂੰ ਕਹਿੰਦੇ ਨੇ ਧਰਤੀ ਨੂੰ, ਭੂਮੀ ਨੂੰ। ਖਾ ਕਹਿੰਦੇ ਨੇ ਆਕਾਸ਼ ਨੂੰ। ਇਹ ਧਰਤੀ ਤੇ ਆਕਾਸ਼ ਪੰਜਾਂ ਤੱਤਾਂ ਦਾ ਰਚਿਆ ਹੋਇਆ ਸਰੀਰ, ਇਹਨਾਂ ਸਰੀਰਾਂ 'ਚ ਮੁੜ ਮੁੜ ਕੇ ਫਿਰ ਭਵਦੇ ਨਹੀਂ ਹੈ। ਉਹ ਮੁੜ ਮੁੜ ਕੇ ਜੰਮਦੇ ਮਰਦੇ ਨਹੀਂ ਤੇ ਜੂਨਾਂ ਦੇ ਅੰਦਰ ਨਹੀਂ ਆਉਂਦੇ। ਇਸ ਪ੍ਰਕਾਰ ਦਾ ਉਹਨਾਂ ਦੀ ਜਿਹੜੀ ਹੈ ਇਹ ਅਵਸਥਾ ਖਤਮ ਕੀਤੀ ਹੈ। ਮੰਨੈ ਨਾਨਕ ਭਵੈ ਨਾ ਭਿਖ। ਉਹ ਇਸ ਕਰਕੇ ਫਿਰ ਭਰਮਣ ਨਹੀਂ ਕਰਦੇ ਜੂਨਾਂ ਦੇ ਅੰਦਰ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਜੂਨਾਂ ਦੇ ਵਿੱਚ ਵੀ ਇਹ ਭਿਖਿਆ ਮੰਗਣ ਵਾਲੀ ਗੱਲ ਹੈ। ਕਦੇ ਕੁੱਤੇ ਬਣ ਗਏ, ਕਦੇ ਬਿੱਲੇ ਬਣ ਗਏ, ਕਦੇ ਹਾਥੀ ਘੋੜੇ ਬਣ ਗਏ। ਇਹ ਫਿਰ ਪਦਾਰਥਾਂ ਦੀ ਭਿਖੇ ਹੀ ਮੰਗਦੇ ਫਿਰਦੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ, ਐਸਾ ਨਾਮ ਨਿਰੰਜਨ ਹੋਏ
हे ਸਿੱਧੋ ਇਹੋ ਜਿਹਾ ਨਾਮ ਹੈ ਪਰਮੇਸ਼ਰ ਦਾ, ਉਹ ਵਾਹਿਗੁਰੂ ਦਾ ਨਾਮ, ਇਹ ਮੰਨਣ ਦਾ ਮਹਾਤਮ ਹੈ। ਹੋਏ ਹੁੰਦਾ ਹੈ, ਇਹੋ ਜਿਹਾ ਮਹਾਤਮ ਹੁੰਦਾ ਹੈ ਜਿਹੜਾ ਤੁਹਾਨੂੰ 4 ਪੌੜੀਆਂ 'ਚ ਦੱਸਿਆ। ਉਹ ਪ੍ਰਭੂ ਨਿਰੰਜਨ, ਨਿਰਜਮ ਅੰਜਨ, ਅੰਜਨ ਮਾਇਆ ਦੀ ਕਾਲਖ ਤੋਂ ਜੋ ਰਹਿਤ ਹੈ, ਮੈਲ ਤੋਂ ਰਹਿਤ ਹੈ, ਮਾਇਆ ਦੀ ਤੋਂ ਰਜਗੁਣ ਸਤਗੁਣ ਤਮਗੁਣ, ਇਹਨੂੰ ਮੈਲਾ ਨਹੀਂ ਕਰ ਸਕਦੇ, ਸੁੱਧ ਸਰੂਪ ਹੈ, ਤ੍ਰਿਗੁਣ ਤੇ ਪ੍ਰਭੇ। ਤੇ ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਵਾਹਿਗੁਰੂ ਦਾ ਨਾਮ ਹੈ। ਤੇ ਉਹ ਨਿਰੰਜਨ ਮਾਇਆ ਮਲ ਮਾਇਆ ਤੋਂ ਆਪ ਸੁੱਧ ਸਰੂਪ ਹੈ। ਜਿਹੜਾ ਉਹਦਾ ਨਾਮ ਜਪਦਾ ਹੈ ਉਹ ਵੀ ਮੈਲ ਤੋਂ ਰਹਿਤ ਹੋ ਜਾਂਦਾ ਹੈ, ਉਹ ਵੀ ਸੁੱਧ ਸਰੂਪ ਬਣ ਜਾਂਦਾ ਹੈ। ਜੇ ਕੋ ਮਨ ਜਾਣੈ ਮਨ ਕੋਏ। ਹਾਂ, ਇੱਕ ਗੱਲ ਹੈ, ਮਹਾਰਾਜ ਕਹਿੰਦੇ ਕੋਈ, ਜੇ ਕੋਏ ਦਾ ਅਰਥ ਹੈ ਕੋਈ, ਉਸ ਵਾਹਿਗੁਰੂ ਦੇ ਨਾਮ ਨੂੰ ਮੰਨ ਕੇ ਮੰਨਣ ਕਰਕੇ ਮਨ ਹਿਰਦੇ 'ਚ ਵਸਾ ਲਵੇ। ਪਹਿਲਾਂ ਮੰਨਣ ਕਰ ਲਵੇ, ਫਿਰ ਮਨ ਵਿੱਚ ਵਸਾ ਲਵੇ। ਜੇ ਕੋ ਮਨ ਜਾਣੈ ਮਨ ਕੋਏ, ਉਹ ਨਿਰੰਜਨ ਪ੍ਰਭੂ ਦਾ ਸਰੂਪ ਹੀ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਉਹ ਕੋਈ ਵੀ ਹੈ ਚਾਹੇ, ਪਰ ਜਾਣੇ ਜਾਣਦਾ ਹੋਵੇ, ਮੰਨਣ ਕਰਨਾ, ਉਹ ਸੰਸਾਰ ਸਾਗਰ ਤੋਂ ਤਰਦਾ ਹੈ। ਨਾਮ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ ਹੈ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛਟਕਾਰਾ। ਨਾਮ ਤੋਂ ਬਿਨਾਂ ਛਟਕਾਰਾ ਨਹੀਂ। ਤੋ ਇਸ ਕਰਕੇ ਗੁਰੂ ਸਾਹਿਬ ਨੇ 4 ਪੌੜੀਆਂ ਦੇ ਵਿੱਚ ਸਿੱਧਾਂ ਨੂੰ ਸਰਵਣ ਮੰਨਣ ਅਧਿਆਸਨ ਤਤ ਤੋਂ ਪਾਦੇ ਸੁਸ਼ੋਧਨ ਵਿੱਚ ਸੁਣਿਆ, ਸਿੱਧ ਪੀਰ ਸੰਦਾਤ ਸੁਣਿਆ, ਈਸ਼ਰ ਬਰਮਾਇੰਦ ਸੁਣਿਆ, ਸਤ ਸੰਤੋਖ ਗਿਆਨ ਸੁਣਿਆ, ਸਰਾ ਗੁਣਾ ਕੇ ਗਾ। ਇਹ 4 ਪੌੜੀਆਂ ਸੁਣਨ ਦੇ ਮਹਾਤਮ ਜੀ ਕਥਨ ਕੀਤੀਆਂ। ਫਿਰ ਮਹਾਰਾਜ ਸਾਹਿਬ ਜੀ ਨੇ ਮੰਨੇ ਕੀ ਗਤ ਕਹੀ ਨਾ ਜਾਏ। ਇੱਥੋਂ ਸਾਧ ਸੰਗੀ ਮੰਨੇ ਮਾਰਗ ਠਾਗ ਨਾ ਪਾਏ, ਇਹ ਸਾਰੀਆਂ ਮੰਨੇ ਸੁਰਤ ਹੋਵੇ ਮਨ ਬੁੱਧ, ਇਹ ਸਾਰਾ ਇਹਦੇ ਮਹਾਤਮ ਇਹੀ ਕਥਨ ਕੀਤਾ 4 ਪੌੜੀ ਜੀ। ਮੰਨੇ ਪਾਵੇ ਮੋਖ ਦਵਾਰ ਤੱਕ, ਇਹ 4 ਪੌੜੀਆਂ ਮੰਨਣ ਦੀਆਂ ਤੇ 4 ਪੌੜੀਆਂ ਸਰਵਣ ਦੀਆਂ, ਇਹ ਇੱਥੇ ਸਮਾਪਤ ਹੋਈਆਂ। ਤੇ ਮਹਾਰਾਜ ਸਾਹਿਬ ਜੀ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਰੰਗ ਦੀ ਵਾਰ ਦੇ ਵਿੱਚ, ਉੱਥੇ ਮਹਾਰਾਜ ਸਾਹਿਬ ਜੀ ਨੇ ਵੀ ਪੌੜੀਆਂ ਉਚਾਰਨ ਕੀਤੀਆਂ ਨੇ। ਉਹਨਾਂ ਦੇ ਵਿੱਚ ਵੀ ਮੰਨਣ ਦੀ ਗੱਲ ਬੜੀ ਖੋਲੀ ਹੈ। ਚੌਥੇ ਪਾਤਸ਼ਾਹ ਨੇ 4 ਪੌੜੀਆਂ ਉੱਥੇ ਕਥਨ ਕੀਤੀਆਂ ਨੇ। ਉਹ 1241 ਤੋਂ ਲੈ ਕੇ 1242 ਤੱਕ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉੱਥੇ ਵੀ ਮੰਨਣ ਦਾ ਮਹਾਤਮ ਇਸੇ ਪ੍ਰਕਾਰ ਕੀਤਾ। ਤੋ ਇੱਥੇ ਇਹ ਜਿਹੜੀ ਮੰਨਣ ਦੇ ਦੂਸਰਾ ਸਾਧਨ ਸੀ ਮੰਨਣ ਗਿਆਨ, ਉਹਦੀ ਵਿਆਖਿਆ ਮਹਾਰਾਜ ਨੇ ਸਮਾਪਤ ਕੀਤੀ ਹੈ। ਇਹ 60 ਅੱਖਰਾਂ ਦੇ ਵਿੱਚ ਇਹ ਪੌੜੀ ਦਾ ਬ੍ਰਹਮ ਗਿਆਨ ਬਖਸ਼ਿਆ ਮਹਾਰਾਜ ਨੇ। ਮੰਨੇ ਪਾਵਹਿ ਮੋਖ ਦਵਾਰ, ਇਹ ਸਾਰੀ ਜਿਹੜੀ ਸ਼ੁਰੂ ਹੋ ਕੇ ਇਹਦਾ ਮੁੱਖ ਭਾਵ ਕੀ ਹੈ, ਸਿਧਾਂਤ ਕੀ ਸੀ ਇਹਦੇ 'ਚ। ਹੁਣ ਸੋਚਿਆ ਇੱਕ ਵਾਰੀ ਇਹਦੇ ਤੇ ਝਾਤ ਮਾਰ ਲਈਏ ਵੀ ਇਹਦੇ ਕੀ ਕੀ ਆਪਾਂ ਨੇ ਸੁਣਿਆ, ਅੱਜ ਕੀ ਵਿਚਾਰਿਆ ਪੜ੍ਹਿਆ, ਉਹ ਸਿਮਰਤੀ 'ਚ ਲਿਆਉਣ ਵਾਸਤੇ ਮਹਾਰਾਜ ਸਾਹਿਬ ਜੀ ਨੇ। ਤੇ ਅੰਮ੍ਰਿਤ ਨਾਮ ਨੂੰ ਜਿਹੜਾ ਮੰਨਣ ਕਰਨ ਵਾਲੇ ਗੁਰਮੁਖ ਨੇ, ਉਹ ਮੁਕਤੀ ਦੇ ਦੁਆਰੇ ਗਿਆਨ ਤੇ ਪਹੁੰਚ ਜਾਂਦੇ। ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਹੈ। ਉਹ ਸਾਰੇ ਪਰਿਵਾਰ ਨੂੰ ਗੁਰਮੁਖ ਬਣਾ ਕੇ ਸੁਧਾਰ ਲੈਂਦੇ ਨੇ। ਜਿਵੇਂ ਭਾਈ ਵਿਧੀ ਚੰਦ ਦੀ ਬਾਤ ਆਈ ਹੈ, ਭਾਈ ਆਕਲ ਦੀ ਬਾਤ ਆਈ ਹੈ, ਆਪ ਤਰਦੇ ਨੇ, ਹੋਰਾਂ ਤਰਦੇ ਨੇ। ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਪਰਿਵਾਰ ਨੂੰ ਮਨਮਤੀਆਂ ਤੋਂ ਗੁਰਮਤੀਆਂ ਬਣਾ ਲੈਂਦੇ ਨੇ, ਪਰਿਵਾਰ ਦਾ ਭਲਾ ਕਰਦੇ ਨੇ, ਸੁਧਾਰ ਕਰ ਲੈਂਦੇ ਨੇ। ਉਹਨਾਂ ਦਾ ਜਨਮ ਜਹਾਜ਼ ਦੇ ਬੋਹੇ ਤੇ ਨਿਆਈ ਹੋ ਜਾਂਦਾ। ਆਪ ਵੀ ਤਰਦੇ ਨੇ, ਗੁਰੂ ਦੀ ਸਿੱਖਿਆ ਦੁਆਰਾ ਹੋਰਾਂ ਨੂੰ ਵੀ ਤਾਰਦੇ ਨੇ। ਪ੍ਰਤੱਖ ਪਰਿਵਾਰ ਤਾਂ ਸਿੱਖੀ ਸੇਵਕੀ ਪਰਿਵਾਰ ਵੀ ਹੈ, ਪ੍ਰਤੱਖ ਪਰਿਵਾਰ ਦੀ ਹੈ, ਇੰਦਰੀਆਂ ਦਾ ਪਰਿਵਾਰ ਵੀ ਹੈ। 84 ਵਾਲੇ ਜੂਨਾਂ ਦੇ ਜੋ ਉਹ ਭਿੱਖਿਆ ਮੰਗਦੇ ਨਹੀਂ ਫਿਰਦੇ, ਭਰਮਣ ਨਹੀਂ ਕਰਦੇ, ਮੁਕਤ ਹੋ ਜਾਂਦੇ ਨੇ। ਇਹੋ ਜਿਹਾ ਮਹਾਤਮ ਜਿਹੜਾ ਸੁੱਧ ਸਰੂਪ ਪਰਮੇਸ਼ਰ ਦੇ ਨਾਮ ਦੇ ਮੰਨਣ ਦਾ ਹੈ। ਜਿਹੜਾ ਕੋਈ ਗੁਰਮੁਖ ਜਗਿਆਸੂ ਤੇ ਭਗਤ ਜਨ ਨਾਮ ਨੂੰ ਮੰਨਣ ਵਿੱਚ ਲੈ ਆਉਂਦਾ ਹੈ, ਮਨ ਕਰਕੇ ਉਹ ਬ੍ਰਹਮ ਦਾ ਸਰੂਪ ਹੋ ਜਾਂਦਾ ਹੈ। ਇਹ 4 ਪੌੜੀਆਂ ਜਿਹੜੀਆਂ ਸਤਿਗੁਰੂ ਮਹਾਰਾਜ ਸਾਹਿਬ ਨੇ ਮੰਨਣ ਗਿਆਨ ਦੇ ਸਾਧਨ ਦੀ ਸੰਪੂਰਨ ਕੀਤੀ ਹੈ। ਤੇ ਗੁਰੂ ਕਿਰਪਾ ਕਰੇ। ਆਓ ਹੁਣ ਇੱਥੇ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।